पाओ टल गुर सेवियै अहनिस सहज सुभाए दर्शन परसै गुरु कै जन्म मरण दुख जाए होवै सिफत खसामदी नूर अरसों पुरसों झटिया तुध डिठे सच्चे पातशाह मल जन्म जन्म दी कट्टिया सज्जन सच्चा पातशाह सिर साहां साहो जिस पास बैठिया सोहिया सबना दा वेसाहो बाणी गुरु गुरु है बाणी विच बाणी अमृत सारे गुरबाणी कह सेवक जन मानै परतख गुरु ने सतारे गुरबाणी कह सेवक जन मानै परतख गुरु ने सतारे। सतनाम वाहिगुरु साहिब जीओ जिन कीती सो मनना को साल जवाहे साली धर्म राय है देवता ले गल्ला करे दलाली जिन कीती सो मनना को साल जिवाहे साली धर्म राय है देवता ले गल्ला करे दलाली। वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह जी की साजी नवाजी होई। गुरु की साध संगत जीओ सतगुरां दी किरपा बख्शिश दा सदका हर रोज की तरह सजे हुए सुंदर दीवान दियां हाजरियां भरदियां होइयां गरीब नवाज धन गुरु ग्रंथ साहब जी के दर्शन दीदारे ਅਤੇ ਗੁਰੂ ਘਰ ਦੇ ਕੀਰਤਨੀਏ ਗੁਰਮੁਖ ਪਿਆਰੇ ਤਿਨਾਂ ਦੀ ਰਸਨਾ ਤੋਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰਦੇ ਹਾਂ। ਸਤਿਗੁਰੂ ਦੀ ਇਹ ਰਹਿਮਤ ਹੈ, ਇਹ ਬਖਸ਼ਿਸ਼ ਹੈ। ਭਾਗਾਂ ਵਾਲੇ ਗੁਰਸਿੱਖਾਂ ਨੂੰ ਇਹ ਸੁਭਾਗ ਸਤ ਸੰਗਤ ਦਾ ਮਿਲਦਾ ਹੈ। ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਸੋ ਭਾਗਾਂ ਵਾਲੇ ਗੁਰੂ ਕੇ ਪਿਆਰੇ ਗੁਰਸਿੱਖ ਸੰਗਤ ਵਿੱਚ ਚੱਲ ਕੇ ਆਉਂਦੇ ਹਨ। ਸ਼ਰਧਾ ਨਾਲ, ਭਾਵਨਾ ਨਾਲ, ਅਦਬ ਨਾਲ, ਸਤਿਕਾਰ ਨਾਲ ਜਿੱਥੇ ਗੁਰੂ ਕੇ ਦਰਸ਼ਨ ਦੀਦਾਰੇ ਉਥੇ ਗੁਰੂ ਕਾ ਸ਼ਬਦ ਉਪਦੇਸ਼ ਵੀ ਹਿਰਦੇ ਚ ਵਸਾਉਣ ਦਾ ਯਤਨ ਕਰਦੇ ਹਾਂ। ਇਹ ਗੁਰੂ ਦੀ ਕਿਰਪਾ ਦਾ ਸਦਕਾ ਹੈ। ਚੱਲ ਰਹੀ ਲੜੀਵਾਰ ਕਥਾ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਭਾਈ ਬਲਵੰਡੈ ਗਰੀਬ ਨਵਾਜ ਸਤਿਗੁਰੂ ਦੇ ਕੋਲ ਕੀਰਤਨ ਕਰਦੇ ਸਨ।
ਛੋਟੀ ਭੈਣ ਦੀ ਸ਼ਾਦੀ ਦੇ ਕਾਰਨ ਕਰਕੇ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆਂ ਸਤਿਗੁਰਾਂ ਦੀ ਨਿੰਦਿਆ ਕੀਤੀ, ਜਿਸ ਦੇ ਕਾਰਨ ਸਤਿਗੁਰੂ ਅਰਜਨ ਸਾਹਿਬ ਜੀ ਦੇ ਬਚਨ ਕਹੇ, ਸਰੀਰ ਤੇ ਕੋਹੜ ਵਰਗੀ ਭੈੜੀ ਬਿਮਾਰੀ, ਜ਼ੁਬਾਨ ਬੰਦ ਹੋ ਗਈ ਸੀ, ਬੜੇ ਭਾਰੀ ਆਤਰ ਦੁਖੀ ਹੋਏ। ਲਾਹੌਰ ਨਿਵਾਸੀ ਗੁਰੂ ਕਾ ਪਰਉਪਕਾਰੀ ਸਿੱਖ ਭਾਈ ਲੱਦਾ ਜੀ, ਉਹਦੇ ਕੋਲ ਜਾ ਕੇ ਤਰਲਾ ਲਿਆ ਸੀ ਕਿ ਗੁਰੂ ਕੇ ਸਿੱਖਾ ਤੂੰ ਸਾਨੂੰ ਮੁਆਫੀ ਦਵਾ, ਸਾਡੇ ਤੇ ਕਿਰਪਾ ਕਰ। ਭਾਈ ਲੱਦਾ ਜੀ ਸਤਿਗੁਰੂ ਦੇ ਬਚਨਾਂ ਦੀ ਪਾਲਣਾ ਕਰਦਿਆਂ ਹੋਇਆਂ ਮੂੰਹ ਕਾਲਾ ਕਰਕੇ ਖੋਤੇ ਤੇ ਚੜ੍ਹ ਕੇ ਸਾਰੇ ਸ਼ਹਿਰ ਵਿੱਚ ਫਿਰ ਕੇ ਫਿਰ ਇਹਨਾਂ ਦੇ ਬਖਸ਼ਾਉਣ ਵਾਸਤੇ ਸਤਿਗੁਰੂ ਦੇ ਦਰਬਾਰ 'ਚ ਪਹੁੰਚ ਕੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲਓ, ਇਹ ਤੁਹਾਡੇ ਦਰ ਦੇ ਕੀਰਤਨੀਏ ਨੇ, ਭੁੱਲਣਹਾਰ ਹਾਂ, ਤੁਸੀਂ ਸਰਬੱਗ ਹੋਂ ਤੇ ਕਿਰਪਾ ਕਰੋ। ਸਤਿਗੁਰੂ ਕਹਿਣਗੇ, ਭਾਈ ਲੱਦਿਆ ਸਾਡੀ ਨਿੰਦਿਆ ਜਿੰਨਾ ਮਰਜ਼ੀ ਕਰ ਲੈਂਦੇ, ਵੱਡੇ ਗੁਰੂ ਸਾਹਿਬਾਨਾਂ ਦੀ ਜਦੋਂ ਨਿੰਦਿਆ ਕੀਤੀ ਸਾਥੋਂ ਜਰਿਆ ਨਹੀਂ ਗਿਆ, ਤਾਂ ਕਾਰਨ ਇਹਨਾਂ ਨੂੰ ਇਹ ਸਾਰੇ ਰੋਗ ਚੰਬੜੇ ਹੋਏ ਨੇ। ਦੁੱਖ ਭੰਜਨ ਬੇਰ ਸਾਹਿਬ ਥਲੇ ਇਸ਼ਨਾਨ ਕਰਵਾਓ ਔਰ ਸਾਡੇ ਪਾਸ ਆ ਕੇ ਜਿਵੇਂ ਨਿੰਦਿਆ ਕੀਤੀ ਹੈ ਇਵੇਂ ਗੁਰੂ ਸਾਹਿਬਾਨਾਂ ਦੀ ਉਸਤਤ ਕਰਨ, ਫਿਰ ਇਹ ਰੋਗ ਹਟ ਜਾਵੇਗਾ। ਇਉਂ ਹੀ ਜਦੋਂ ਗੁਰੂ ਕੀ ਹਜ਼ੂਰੀ 'ਚ ਮਿਲ ਬੈਠ ਕਰਕੇ ਇਹ ਵਾਰ ਸਤਿਗੁਰੂ ਦੀ ਉਸਤਤ ਵਜੋਂ ਫਰਮਾਈ ਲਿਖੀ ਔਰ ਉਸ ਵੇਲੇ ਸਤਿਗੁਰੂ ਨੇ ਕਿਰਪਾ ਕੀਤੀ ਸੀ, ਸਾਰੀਆਂ ਜਿਹੜੀਆਂ ਬਲਾਮਤਾਂ ਕੋੜ ਆਦਿਕ ਦੀਆਂ ਬਿਮਾਰੀਆਂ ਚੰਬੜੀਆਂ ਹੋਈਆਂ ਸੀ, ਸਾਰੀਆਂ ਕਿਰਪਾ ਕਰਕੇ ਦੂਰ ਕਰ ਦਿੱਤੀਆਂ। ਬਖਸ਼ਿਸ਼ ਕਰਕੇ ਸਤਿਗੁਰੂ ਨੇ ਉਹਨਾਂ ਕੀਰਤੀਆਂ ਨੂੰ ਬਖਸ਼ ਲਿਆ ਸੀ। ਇਹ 8 ਪੌੜੀਆਂ ਦੇ ਟਿੱਕੇ ਦੀ ਵਾਰ ਭਾਈ ਸੱਤਾ ਤੇ ਭਾਈ ਬਲਵੰਡ ਦੋਵੇਂ ਭਰਾ ਪੂਰਬ ਦੇਸ਼ ਦੇ ਸਨ, ਸਤਿਗੁਰਾਂ ਦੇ ਪਾਸ ਕੀਰਤਨ ਕਰਿਆ ਕਰਦੇ ਸਨ। ਸੋ ਜਿਵੇਂ ਸਤਿਗੁਰੂ ਦੀ ਉਸਤਤ ਵਡਿਆਈ ਉਹਨਾਂ ਨੇ ਕੀਤੀ ਹੈ, 2 ਪੌੜੀਆਂ ਪਿਛਲੇ ਸਮੇਂ 'ਚ ਆਪਾਂ ਰੋਜ਼ ਸੁਣਦੇ ਆਏ ਹਾਂ। ਅੱਜ ਤੀਸਰੀ ਪੌੜੀ ਦੇ ਵਿੱਚ ਸਤਿਗੁਰੂ ਜੀ ਉਹਨਾਂ ਦੀ ਰਸਨਾ ਦੁਆਰਾ ਸਿੱਖਿਆ ਕਿਰਪਾ ਕਰਕੇ ਦਿੰਦੇ ਹਨ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀਓ, ਜਿਨ ਕੀਤੀ ਸੋ ਮੰਨਣਾ। ਭਾਈ ਸੱਤਾ ਭਾਈ ਬਲਵੰਡ ਰਾਏ ਬੇਨਤੀ ਕਰਦੇ ਨੇ, ਹੇ ਸਤਿਗੁਰੂ ਜੀ, ਜਿਨ ਕੀਤੀ ਸੋ ਮੰਨਣਾ। ਜਿਸ ਮਾਲਕ ਸਤਿਗੁਰੂ ਨਾਨਕ ਸਾਹਿਬ ਨੇ ਇਹ ਆਗਿਆ ਕੀਤੀ ਸੀ, ਸਾਡਾ ਸਰੂਪ ਗੁਰੂ ਅੰਗਦ ਸਾਹਿਬ ਨੂੰ ਜਾਣਨਾ ਹੈ, ਸਾਡੇ ਸਰੂਪ ਸਾਡੇ ਦਰਸ਼ਨ ਕਰਨੇ ਹੋਣ ਤੇ ਗੁਰੂ ਅੰਗਦ ਸਾਹਿਬ ਦੇ ਕਰਨੇ। ਇਹ ਸਾਡਾ ਸਰੂਪ ਨੇ, ਸਾਡਾ ਹਿਰਦਾ ਹਨ ਹੈ। ਜਿਨ੍ਹਾਂ ਨੂੰ ਇਹ ਆਗਿਆ ਕੀਤੀ ਸੀ ਨਾ ਗੁਰਤਾ ਗੱਦੀ ਦੀ ਗੁਰੂ ਅੰਗਦ ਸਾਹਿਬ ਨੂੰ ਸਤਿਗੁਰੂ ਨਾਨਕ ਸਾਹਿਬ ਨੇ, ਸੋ ਮੰਨਣਾ। ਅਸੀਂ ਤਾਂ ਭਾਈ ਉਹਨਾਂ ਸਤਿਗੁਰਾਂ ਨੂੰ ਮੰਨਣਾ ਹੈ। ਕੋਈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਮਾਲਕ ਨੇ, ਗੁਰਤਾ ਗੱਦੀ ਦੇ ਮਾਲਕ ਹਨ। ਜਿਨ ਕੀਤੀ ਸੋ ਮੰਨਣਾ। ਜਿਸ ਕਰਤੇ ਵਾਹਿਗੁਰੂ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ, ਉਸ ਵਾਹਿਗੁਰੂ ਨਿਰੰਕਾਰ ਦਾ ਸਰੂਪ ਨੇ ਗੁਰੂ ਨਾਨਕ ਸਾਹਿਬ ਹੈ। ਜਿਸ ਕਰਤੇ ਮਾਲਕ ਨੇ ਸੰਸਾਰ ਰਚਿਆ, ਉਹਦਾ ਹੀ ਸਰੂਪ ਨੇ ਸਤਿਗੁਰੂ ਨਾਨਕ ਸਾਹਿਬ ਤੇ ਸੋ ਮੰਨਣਾ। ਉਸ ਵਾਹਿਗੁਰੂ ਦਾ ਸਰੂਪ ਜਾਣ ਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਣਾ ਹੈ ਤੇ ਉਹਨਾਂ ਦਾ ਸਰੂਪ ਨੇ ਗੁਰੂ ਅੰਗਦ ਸਾਹਿਬ ਹੈ, ਜਿਨ੍ਹਾਂ ਨੂੰ ਗੁਰਿਆਈ ਕਰਨ ਦੀ ਆਗਿਆ ਕੀਤੀ ਸੀ। ਆਪਣਾ ਸਰੂਪ ਬਣਾਇਆ ਸੀ ਬਾਬੇ ਲਹਿਣੇ ਨੂੰ,
ਅਸੀਂ ਤਾਂ ਭਾਈ ਉਹਨਾਂ ਨੂੰ ਗੁਰੂ ਜਾਣ ਕੇ ਮੰਨਣਾ ਹੈ। ਕੋ ਸਾਲ ਜਿਵਾਹੇ ਸਾਲੀ, ਉਹ ਸਾਲ ਜਵਾਹੇ ਸਾਲੀ, ਜਵਾਹੇ ਵਿੱਚੋਂ ਤੇ ਸਾਲੀ ਨਾਮ ਹੁੰਦਾ ਝੋਨੇ ਵਿੱਚੋਂ, ਚੌਲਾਂ ਵਿੱਚੋਂ। ਉਹ ਸਾਲ ਕੌਣ ਸ੍ਰੇਸ਼ਟ ਹੈ, ਖਿਆਲ ਕਰਕੇ ਨਿਰਣਾ ਕਰਕੇ ਵੇਖੀਏ। ਉਹ ਸਾਲ ਕੌਣ ਸ੍ਰੇਸ਼ਟ ਹੈ ਭਾਈ? ਸਾਲੀ ਝੋਨਾ ਚੰਗਾ ਹੁੰਦਾ ਚੌਲ, ਕਿ ਜਵਾਇਆ ਚੰਗਾ ਹੁੰਦਾ ਜਿਹੜਾ ਕੰਡਿਆਂ ਵਾਲਾ ਹੁੰਦਾ ਹੈ, ਔੜ ਵਿੱਚ ਫਲਦਾ ਹੈ, ਔਰ ਬੇਕਾਰ ਹੁੰਦਾ ਕੰਡਿਆਂ ਵਾਲਾ, ਕੋਈ ਲਾਭ ਕੋਈ ਪ੍ਰਾਪਤੀ ਨਹੀਂ। ਦੱਸੋ ਭਾਈ ਗੁਰੂ ਕੀ ਸੰਗਤ ਜੀ, ਕੋ ਸਾਲ ਕੌਣ ਹੈ ਚੰਗਾ, ਕੌਣ ਇਹਨਾਂ ਵਿੱਚੋਂ? ਸਾਲੀ ਜਿਹੜਾ ਝੋਨਾ ਚੌਲ ਨੇ, ਕਿ ਜਵਾਇਆ ਚੰਗਾ ਹੈ। ਕਹਿੰਦੇ ਨੀਵੇਂ ਥਾਂ ਤੇ ਹੋ ਕੇ ਜਿਹੜਾ ਪਲਦਾ ਨੇ ਚਿੱਕੜ ਵਿੱਚ ਚੌਲ, ਇਉਂ ਧੰਨ ਗੁਰੂ ਨਾਨਕ ਸਾਹਿਬ ਨੇ ਚਿੱਟੇ ਚੌਲਾਂ ਦੀ ਤਰ੍ਹਾਂ ਗੁਰੂ ਅੰਗਦ ਸਾਹਿਬ ਦੀ ਪਰਖ ਕੀਤੀ। ਸਾਰੀ ਸੰਗਤ ਨੂੰ ਪਰਖਿਆ ਸੀ, ਪੁੱਤਰਾਂ ਨੂੰ ਵੀ ਪਰਖਿਆ ਸੀ। ਸਿੱਖਾਂ ਪੁੱਤਰਾਂ ਭੋਗ ਕੈ ਸਭ ਉਮਤ ਵੇਖੋ ਜੇ ਕਿਉਂ ਨੇ, ਜਾਂ ਸੁੱਧ ਹੋ ਤਾਂ ਲਹਿਣਾ ਟਿਕਿਓ ਨੇ। ਸੰਗਤ ਦੀ ਪਰਖ ਕੀਤੀ, ਸਿੱਖਾਂ ਨੂੰ ਪਰਖਿਆ, ਪੁੱਤਰਾਂ ਨੂੰ ਪਰਖਿਆ। ਜਦੋਂ ਖੀਰ ਪਰਖ ਵਿੱਚ ਬਾਬਾ ਲੈਣਾ ਹੀ ਪੂਰੇ ਉਤਰੇ ਸਾਰੇ, ਜਿਵੇਂ ਚੌਲ ਚਿੱਟੇ ਹੁੰਦੇ ਨੇ, ਐਂ ਚਿੱਟੇ ਚੌਲਾਂ ਦੀ ਤਰ੍ਹਾਂ ਸਤਿਗੁਰੂ ਨਾਨਕ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਵਾਲੇ ਕੇਵਲ ਬਾਬਾ ਲੈਣਾ ਜੇ। ਉਹ ਸ੍ਰੇਸ਼ਟ ਨੇ ਭਾਈ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੇ। ਉਹ ਸਾਲ ਜਿਹੜੇ ਬੇਨਸਾਰੀ ਚੱਲਦੇ ਰਹੇ ਨੇ, ਆਗਿਆ ਦਾ ਪਾਲਣ ਨਹੀਂ ਕੀਤਾ। ਤੇ ਸਾਲੀ ਜਿਹੜੇ ਹੁਕਮ ਵਿੱਚ ਰਹੇ ਨੇ, ਉਹ ਕੌਣ ਨੇ? ਗੁਰੂ ਅੰਗਦ ਸਾਹਿਬ ਹੈ, ਜਿਹੜੇ ਗੁਰੂ ਨਾਨਕ ਦੇ ਅਨਸਾਰੀ ਹੋ ਕੇ ਰਹੇ ਹਨ। ਔਰ ਉਹ ਜਵਿਹਾ, ਉਹ ਜਿਹੋ ਜਿਹੇ ਗੁਰੂ ਅੰਗਦ ਸਾਹਿਬ ਅਨਸਾਰੀ ਹੋ ਕੇ ਰਹੇ, ਤੇ ਕੋ ਸਾਲ ਬੇਅਨਸਾਰੀ ਆਗਿਆ ਦਾ ਪਾਲਣ ਨਹੀਂ ਕੀਤਾ ਪੁੱਤਰਾਂ ਸਾਹਿਬਜ਼ਾਦਿਆਂ ਨੇ। ਜਿਹੜੇ ਸਾਲੀ ਅਨਸਾਰੀ ਹੋ ਕੇ ਰਹੇ ਗੁਰੂ ਨਾਨਕ ਸਾਹਿਬ ਦੇ, ਉਹ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ। ਅਸੀਂ ਤਾਂ ਭਾਈ ਉਹਨਾਂ ਸਤਿਗੁਰਾਂ ਦਾ ਹੀ ਪੂਜਨ ਕਰਨਾ ਹੈ। ਧਰਮ ਰਾਏ ਹੈ ਦੇਵਤਾ, ਜਿਹੜਾ ਧਰਮ ਰਾਜ ਹੈ ਨਾ, ਇਹ ਵੀ ਦੇਵਤਾ ਮੰਨਿਆ। ਇੱਕ ਵਾਰ ਰਿਸ਼ੀ ਦੇ ਘਰ ਵਿੱਚ ਚਲਾ ਗਿਆ ਸੀ, ਇਹਨੂੰ ਰਿਸ਼ੀ ਵੀ ਮੰਨਿਆ ਹੋਇਆ। ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਰਿਖ ਤੇ ਛੂਟਿਐ, ਇਹ ਰਿਸ਼ੀ ਵੀ ਮੰਨਿਆ ਹੋਇਆ ਧਰਮ ਰਾਜਾ। ਇੱਥੇ ਸੱਤਾ ਬਲਵੰਡ ਬੇਨਤੀ ਕਰਦੇ ਨੇ, ਧਰਮ ਰਾਏ ਹੈ ਦੇਵਤਾ। ਜਿਹੜਾ ਧਰਮ ਰਾਜਾ ਹੈ ਨਾ, ਉਹ ਦੇਵਤਿਆਂ ਵਰਗਾ ਹੈ, ਦੇਵਤਾ ਹੈ। ਲੈ ਗੱਲਾਂ ਕਰੇ ਦਲਾਲੀ, ਜਿਹੜੇ ਸਤਿਗੁਰੂ ਦੇ ਬਚਨ ਨੇ ਨਾ ਸਿੱਖਾਂ ਦੇ ਪ੍ਰਤੀ ਕੀਤੇ ਹੋਏ, ਉਹਨਾਂ ਗੱਲਾਂ ਨੂੰ, ਉਹਨਾਂ ਬਚਨਾਂ ਨੂੰ ਲੈ ਕੇ ਦਲਾਲੀ ਕਰਦਾ, ਵਿਚੋਲਗੀ ਕਰਦਾ ਹੈ। ਜਿਹੜੇ ਬਚਨ ਸੰਗਤ ਨੂੰ, ਗੁਰਸਿੱਖਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਭਰੇ ਕਰਦੇ ਨੇ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੇ। ਉਹ ਦਲਾਲਪੁਣਾ ਕਰਦਾ ਹੈ, ਵਿਚੋਲਗੀ ਕਰਦਾ ਹੈ, ਉਹਨਾਂ ਬਚਨਾਂ ਦੀ ਪਾਲਣਾ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੇ, ਜਿਨ੍ਹਾਂ ਗੁਰੂ ਕੇ ਗੁਰਸਿੱਖਾਂ ਨੂੰ ਮੇਰੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਕੇ ਸੋ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਵਡਿਆਈ ਦਿੰਦੇ ਨੇ ਗੁਰਸਿੱਖਾਂ ਨੂੰ। ਧਰਮ ਰਾਜਾ ਉਹਨਾਂ ਨੂੰ ਫਿਰ ਸੱਚਾ ਕਰ ਦਿੰਦਾ ਹੈ। ਗੁਰੂ ਕੇ ਸਿੱਖਾਂ ਨੂੰ ਸੱਚ ਦਾ ਨਿਆਂ ਕਰਦਾ, ਸੱਚਾ ਫੈਸਲਾ ਕਰਦਾ ਹੈ। ਸੋ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੈ ਸੱਚਾ ਕਰੇ। ਜਿਹਨੂੰ ਸਤਿਗੁਰੂ ਜੀ ਹੁਕਮ ਕਰਦੇ ਹਨ, ਧਰਮ ਰਾਜੇ ਨੂੰ ਗੁਰਸਿੱਖ ਦੇ ਪ੍ਰਤੀ, ਉਹਨੂੰ ਦਰਗਾਹ ਵਿੱਚ ਸੱਚਾ ਕਰ ਦਿੰਦਾ ਗੁਰੂ ਕੇ ਗੁਰਸਿੱਖਾਂ ਨੂੰ। ਸਾਬਾਤ ਹੋਵੇ ਦਰਹਾਲੀ, ਤੇ ਜਿਹੜੀ ਬਾਤ ਗੱਲ ਗੁਰੂ ਅੰਗਦ ਸਾਹਿਬ ਦੀ ਤੁਹਾਡੀ ਗੁਰਸਿੱਖਾਂ ਨੂੰ ਹੁੰਦੀ ਹੈ, ਧਰਮ ਰਾਜੇ ਨੂੰ ਕਹੀ ਜਾਂਦੀ ਹੈ, ਸਾਬਾਤ ਹੋਵੇ। ਉਹੀ ਬਾਤ ਗੱਲ ਜਿਹੜੀ ਹੈ ਨਾ, ਉਹ ਪੂਰੀ ਹੁੰਦੀ ਹੈ। ਦਰਹਾਲੀ ਕਾਹਲੀ ਨਾਲ, ਛੇਤੀ ਨਾਲ। ਸੋ ਦਰਹਾਲੀ ਕਾਹਲੀ ਨਾਲ, ਉਹੀ ਧਰਮ ਰਾਜਾ ਆਗਿਆ ਦਾ ਪਾਲਣ ਕਰਦਾ ਹੈ। ਸਤਿਗੁਰੂ ਤੁਹਾਡੇ ਹੁਕਮ ਵਿੱਚ ਬੱਧਾ ਹੋਇਆ। ਸੋ ਜੋ ਵੀ ਆਪ ਜੀ ਬਾਤ ਗੱਲ ਕਰਦੇ ਹੋ, ਬਚਨ ਸੁਣਾਉਂਦੇ ਹੋ,
ਸਾ ਬਾਤ ਹੋਵੇ ਦਰਹਾਲੇ। ਉਹੀ ਬਾਤ ਗੱਲ ਦਰਹਾਲੀ ਸ਼ੀਘਰਤਾ ਨਾਲ ਛੇਤੀ ਨਾਲ ਉਹ ਪੂਰੀ ਹੁੰਦੀ ਹੈ। ਗੁਰੂ ਅੰਗਦ ਦੀ ਦੋਹੀ ਫਿਰੀ। ਗੁਰ ਅੰਗਦ ਦੀ ਦੋਹੀ ਫਿਰੀ। ਧੰਨ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਵਡਿਆਈ ਜਸ ਹੈ ਨਾ, ਉਹਦੀ ਦੋਹੀ ਦੁਹਾਈ, ਜਸ ਵਡਿਆਈ ਦੀ ਦੁਹਾਈ ਸਭ ਸੰਸਾਰ 'ਚ ਫੇਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ। ਸਭ ਥਾਵਾਂ ਤੇ ਵਡਿਆਈ ਹੋ ਰਹੀ ਹੈ ਗੁਰੂ ਅੰਗਦ ਸਾਹਿਬ ਜੀ ਦੇ। ਸਭ ਥਾਵਾਂ ਤੇ ਫੇਰਨਾ ਕੀਤੀ ਦੁਹਾਈ ਜਸ ਦੀ ਵਡਿਆਈ ਦੀ। ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਦੀ ਵਡਿਆਈ। ਸੱਚ ਕਰਤੇ ਬੰਦ ਬਹਾਲੀ। ਸੱਚਾ ਜੋ ਕਰਤਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਜਿਹਨੇ ਇਹ ਸੰਸਾਰ ਦੀ ਮਰਿਆਦਾ ਨੂੰ ਬੰਨਣਾ ਕੀਤਾ ਨਾ, ਉਸ ਗੁਰੂ ਨਾਨਕ ਸਾਹਿਬ ਦੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਾਨ ਮਰਿਆਦਾ ਹੈ, ਧੰਨ ਗੁਰੂ ਅੰਗਦ ਸਾਹਿਬ ਦੀ ਜਿਹੜੀ ਉਸਤਤ ਵਡਿਆਈ ਹੈ। ਸੱਚ ਕਰਤਾ ਹੈ ਬੰਦ ਬਹਾਲੇ। ਸੱਚੇ ਕਰਤੇ ਅਕਾਲ ਪੁਰਖ ਨੇ ਬੰਦ ਕਰਕੇ ਨਾ ਬਹਾਲ ਇਸਤਤ ਕਰ ਦਿੱਤੀ ਉਹ ਮਰਿਆਦਾ। ਸਤਿਗੁਰੂ ਦੀ ਦੋਹੀ ਵਡਿਆਈ ਜਸ ਸਭ ਦੁਨੀਆ 'ਚ ਬੰਦ ਕਰਕੇ ਖਾਲਸਾ ਜੀ ਬਹਾਲ ਕਰ ਦਿੱਤੀ ਵਡਿਆਈ ਗੁਰੂ ਅੰਗਦ ਸਾਹਿਬ ਜੀ ਦੀ। ਨਾਨਕ ਕਾਇਆ ਪਲਟ ਕਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣਾ ਪ੍ਰਤੱਖ ਜਿਹੜਾ ਸਰੂਪ ਹੈ, ਉਹ ਕਾਇਆ ਜਿਹੜੀ ਦੇਹ ਹੈ ਪਲਟਾ ਕਰਕੇ ਪਲਟ ਕਰ ਹੈ, ਉਹ ਦੇਹ ਦਾ ਹੀ ਹੇਰ ਫੇਰ ਹੈ। ਗੁਰੂ ਨਾਨਕ ਸਾਹਿਬ ਵਾਲਾ ਸਰੂਪ ਜੋਤ ਉਹ ਜੁਗਤ ਸਾਏ ਕਲ ਬਚਨ ਕਹੇ ਸੇ, ਉਹੀ ਜੋਤ ਗੁਰੂ ਨਾਨਕ ਸਾਹਿਬ ਵਾਲੀ ਗੁਰੂ ਅੰਗਦ ਸਾਹਿਬ ਵਿੱਚ ਹੈ। ਉਹੀ ਜੁਗਤ ਹੈ, ਗੁਰੂ ਧਾਰਨ ਕਰਾਉਣ ਦੀ ਪ੍ਰਥਾ ਮਰਿਆਦਾ ਹੈ। ਸੋ ਉਹੀ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ। ਸੋ ਨਾਨਕ ਕਾ ਗੁਰ ਅੰਗਦ ਦੀ ਦੋਹੀ ਜਸ ਦੀ ਵਡਿਆਈ ਫੇਰਨ ਵਾਸਤੇ ਆਪਣਾ ਸਰੂਪ ਹੀ ਬਣਾ ਲਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ। ਸੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਬਖਸ਼ਿਸ਼ ਕੀਤੀ। ਮਲ ਤਖਤ ਬੈਠਾ ਸੇ ਡਾਲੀ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਲ ਤਖਤ ਹੈ, ਜਿਹੜਾ ਗੁਰਤਾ ਗੱਦੀ ਦਾ ਤਖਤ ਹੈ ਨਾ, ਸਿੰਘਾਸਣ ਹੈ, ਉਹਨੂੰ ਮਲ ਕਰਕੇ ਬੈਠੇ ਨੇ ਸੈ ਡਾਲੇ। ਸੈਂਕੜੇ ਡਾਲੀਆਂ ਵਾਲਾ ਇਹ ਗੁਰਿਆਈ ਦਾ ਜਿਹੜਾ ਤਖਤ ਹੈ ਨਾ, ਸੈਂਕੜੇ ਡਾਲੀਆਂ, ਕਰੁਣਾ ਮੁਰਤਾ ਅਮੈਤਰੀ ਅਪੇਖਿਆ ਰੂਪ ਡਾਲੀਆਂ। ਇਸੇ ਤਰ੍ਹਾਂ ਖਾਲਸਾ ਜੀ ਜਿਹੜੀ ਗੁਰਸਿੱਖ ਸਾਧ ਸੰਗਤ ਹੈ ਨਾ, ਗਾਂ ਸਿੱਖ ਤੋਂ ਸਿੱਖ ਬਣਨਾ, ਗਾਂ ਸਿੱਖ ਤੋਂ ਸਿੱਖ ਬਣਨਾ, ਜਿਵੇਂ ਡਾਲੀ ਤੋਂ ਡਾਲੀ ਨਿਕਲਦੀ ਹੈ, ਇਉਂ ਸਿੱਖ ਤੋਂ ਸਿੱਖ ਗਾ ਅੱਗੇ ਜਿਹੜੇ ਬਣਦੇ ਹਨ। ਇਹ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤ ਜਿਹੜੀ ਹੈ ਨਾ, ਇਹ ਮਹਾਰਾਜ ਤੁਹਾਡੀ ਸੈਂਕੜਿਆਂ ਦੀ ਡਾਲੀ ਹੈ, ਡਾਹਣੀਆਂ ਨੇ। ਧੰਨ ਗੁਰੂ ਅੰਗਦ ਸਾਹਿਬ ਤੁਸੀਂ ਮੱਲ ਕੇ ਗੁਰਿਆਈ ਦਾ ਤਖਤ, ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ, ਗੁਰਿਆਈ ਦੇ ਤਖਤ ਦੇ ਮਾਲਕ ਬਣ ਕੇ ਬੈਠੇ ਹੋ। ਦਰ ਸੇਵੇ ਉਮਤ ਖੜੀ। ਤੇ ਦਰ ਤੁਹਾਡੇ ਦਰ ਤੇ ਆ ਕਰਕੇ, ਤੁਹਾਡੇ ਦਰਵਾਜ਼ੇ ਅੱਗੇ ਆ ਕਰਕੇ ਸੇਵੇ ਉਮਤ ਖੜੇ। ਮੁਸਲਮਾਨੀ ਮੱਤ ਵਿੱਚ ਮੁਹੰਮਦ ਸਾਹਿਬ ਦੀ ਪਰਜਾ ਜਿੰਨੀ ਮੁਸਲਮਾਨ ਲੋਕ ਨੇ, ਉਹਨਾਂ ਨੂੰ ਉਮਤ ਕਿਹਾ ਜਾਂਦਾ। ਉਮਤ ਮੁਹੰਮਦ ਸਾਹਿਬ ਦੀ ਉਮਤ ਹੈ। ਜਿੰਨੇ ਉਹਨਾਂ ਦੇ ਮੁਸਲਮਾਨ ਭਾਈਚਾਰਾ, ਉਹਨਾਂ ਨੂੰ ਉਮਤ ਕਿਹਾ ਜਾਂਦਾ ਕਿ ਪਰਜਾ ਹੈ। ਇੱਥੇ ਭਾਈ ਸੱਤਾ ਬਲਵੰਡ ਬੇਨਤੀ ਕਰਦੇ ਨੇ, ਸਭ ਉਮਤ ਆਵਣ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿੰਨੀ ਉਮਤ ਇਹ ਪਰਜਾ ਹੈ ਨਾ, ਗੁਰੂ ਕੀ ਸਾਧ ਸੰਗਤ ਜਿੰਨੀ ਹੈ, ਸੋ ਜਿੰਨੇ ਗੁਰਸਿੱਖ ਗੁਰੂ ਕੇ ਪਿਆਰੇ ਮਾਈ ਭਾਈ ਹਨ, ਇਹ ਜਿੰਨੀ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਸਾਹਿਬ ਜੀ, ਇਹ ਪਰਜਾ ਸਿੱਖੀ ਦੀ ਸੰਗਤ ਜਿਹੜੀ ਹੈ, ਮਸਕਲੇ ਹੋਏ ਜੰਗਾਲੀ। ਉਹਨਾਂ ਦੇ ਜਿਹੜੇ ਹਿਰਦੇ ਬੁੱਧੀ ਜੰਗਾਲ ਪਦਾਰਥਾਂ ਦੇ ਕਾਰਨ ਕਰਕੇ, ਵਿਸ਼ਿਆਂ ਦੇ ਕਾਰਨ ਕਰਕੇ, ਹਉਮੈ ਹੰਕਾਰ ਦੇ ਕਾਰਨ ਕਰਕੇ ਜਿਹੜਾ ਬੁੱਧੀ ਨੂੰ ਜੰਗਾਲ ਲੱਗਾ ਹੋਇਆ ਨਾ ਹਿਰਦੇ ਨੂੰ, ਹੇ ਗੁਰੂ ਅੰਗਦ ਸਾਹਿਬ ਤੁਸੀਂ ਇਹ ਮਸ਼ਕੱਲਾ ਕਰਦੇ ਹੋ, ਉਹ ਮਾਂਜਣਾ ਕਰਦੇ ਹੋ, ਸਫਾਈ ਕਰਦੇ ਹੋ। ਗੁਰਸਿੱਖਾਂ ਦੇ ਹਿਰਦੇ 'ਚ ਜਿਹੜਾ ਜੰਗਾਲ ਲੱਗਾ ਪਦਾਰਥਾਂ ਦੇ ਔਰ ਵਿਸ਼ਿਆਂ ਦੇ ਕਾਰਨ ਕਰਕੇ, ਮਸਕੱਲੇ ਹੋਏ ਜੰਗਾਲੇ, ਜਿਹੜੀ ਜੰਗਾਲੀ ਹੋਈ ਬੁੱਧੀ ਹੈ ਨਾ, ਉਹਨੂੰ ਪਵਿੱਤਰਤਾ ਦੇ ਸੈਰ ਕਰਨ ਵਾਲੇ, ਜੰਗਾਲ ਲਾਉਣ ਵਾਲੇ ਹੋ, ਮਸ਼ਕੱਲਾ ਕਰਦੇ ਹੋ। ਪਾਊਡਰੀਆ ਵੀ ਹੁੰਦਾ। ਪੁਰਾਣੇ ਸਮੇਂ 'ਚ ਪਤਾ, ਪੁਰਾਣੇ ਬਜ਼ੁਰਗਾਂ ਨੂੰ ਪਿੱਤਲ ਦੇ ਭਾਂਡੇ ਹੁੰਦੇ ਸੀ, ਕਲੀ ਕਰਨ ਵਾਸਤੇ ਪਿੰਡਾਂ 'ਚ ਆਉਂਦੇ ਹੁੰਦੇ ਸੀ,
ਉਹ ਭਾਂਡੇ ਨੂੰ ਥੋੜ੍ਹਾ ਜਿਹਾ ਕੋਲਿਆਂ ਤੇ ਰੱਖ ਕੇ ਪੱਖੇ ਦੇ ਨਾਲ ਤਪਾ ਕੇ ਵਿੱਚ ਉਹਦੇ ਪਾਊਡਰ ਜਿਹਾ ਪਾ ਕੇ ਤੇ ਫਿਰ ਉਹਦੇ ਉੱਪਰ ਰੂ ਨਾਲ ਜਿੱਥੇ ਜਿੱਥੇ ਲਾਈ ਜਾਂਦੇ ਸੀ ਤਿੱਥੇ ਤਿੱਥੇ ਭਾਂਡਾ ਐ ਕਲੀ ਹੁੰਦਾ ਜਾਂਦਾ ਸੀ। ਚਾਟੀ ਜਗਾਲ ਗਿਆ ਤੇ ਉਹ ਪਿੱਤਲ ਦਾ ਪੁਣਾ ਲੈ ਜਾਂਦਾ ਸੀ। ਸੋ ਉੱਪਰ ਕਲੀ ਫਿਰ ਜਾਂਦੀ ਸੀ। ਹੇ ਗੁਰੂ ਅੰਗਦ ਸਾਹਿਬ, ਤੁਸੀਂ ਐਸਾ ਮਸ਼ਕੱਲਾ ਕਰਦੇ ਹੋ, ਮਾਂਜਣਾ ਕਰਦੇ ਹੋ, ਸਫਾਈ ਕਰਦੇ ਹੋ, ਹੋਏ ਜੰਗਾਲੇ। ਜਿਹੜੀ ਜੰਗਾਲੀ ਹੋਈ ਸਾਡੀ ਬੁੱਧੀ ਸੀ ਨਾ, ਆਤਮਾ ਮੈਲੀ ਹੋ ਰਹੀ ਸੀ ਔਰ ਵਿਸ਼ਿਆਂ ਦੇ ਕਾਰਨ ਕਰਕੇ ਜੰਗਾਲ ਲੱਗਾ ਹੋਇਆ ਸੀ। ਇਹ ਮਸ਼ਕੱਲਾ ਕਰਕੇ ਪਵਿੱਤਰ ਹਿਰਦੇ ਨੂੰ ਸਾਫ਼ ਕਰ ਰਹੇ ਹੋ ਸਤਿਗੁਰੂ ਜੀ। ਹੇ ਗੁਰੂ ਅੰਗਦ ਸਾਹਿਬ, ਤੁਸੀਂ ਐਸੀ ਰਹਿਮਤ ਕਰ ਰਹੇ ਹੋ। ਦਰ ਦਰ ਰੇਸ ਕਸਮ ਦੇ ਉਸ ਵਾਹਿਗੁਰੂ ਗੁਰੂ ਨਾਨਕ ਖਸਮ ਸਾਈਂ ਦੇ ਦਰ ਦੇ ਦਰਵੇਸ਼ ਫਕਰ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਖਸਮ ਮਾਲਕ ਨੇ ਤੇ ਉਹਨਾਂ ਦੇ ਦਰ ਦੇ ਤੁਸੀਂ ਦਰਵੇਸ਼ ਹੋ, ਫਕਰ ਹੋ, ਫਕੀਰ ਹੋ। ਹੈ ਗੁਰੂ ਅੰਗਦ ਸਾਹਿਬ ਐਸੇ ਸਤਿਗੁਰੂ ਜੀ। ਸੋ ਇਸੇ ਤਰ੍ਹਾਂ ਜਿਹੜੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੁਹਾਡੇ ਦਰ ਦੇ ਜਿਹੜੇ ਫਕੀਰ ਨੇ ਨਾ, ਫਕਰ ਲੋਕ ਨੇ, ਰੱਬ ਦੇ ਪਿਆਰੇ ਗੁਰਸਿੱਖ ਸਾਧ ਸੰਗਤ ਨਾਏ ਸੱਚੇ ਬਾਣੀ ਲਾਲੀ, ਉਹਨਾਂ ਦੇ ਭਗਤੀ ਦੀ ਲਾਲੀ ਜਿਹੜੀ ਹੈ ਨਾਮ ਸਿਮਰਨ ਦੀ ਸਾਰਿਆਂ ਤੇ ਚੜੀ ਹੋਈ ਹੈ। ਐਸੀ ਤੁਹਾਡੀ ਕਿਰਪਾ ਹੋਈ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ। ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਤੁਹਾਡੇ ਮੱਥੇ ਤੇ ਭਾਉ ਭਗਤੀ ਸਿਮਰਨ ਭਜਨ ਦੀ ਲਾਲੀ ਚੜੀ ਹੋਈ ਚਮਕਦੀ ਹੈ। ਐਸੀ ਮਹਾਨ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਜਸ ਖਟਣਾ ਕੀਤਾ ਗੁਰੂ ਅੰਗਦ ਸਾਹਿਬ ਜੀ। ਬਲਵੰਡ ਖੀਵੀ ਨੇਕ ਜਾਨਾ, ਭਾਈ ਬਲਵੰਡ ਜੀ ਬੇਨਤੀ ਕਰਦੇ ਨੇ। ਸੱਤੇ ਦਾ ਭਰਾ ਜਿਹੜਾ ਸੀ ਭਾਈ ਬਲਵੰਡ ਹੈ, ਉਹ ਬੇਨਤੀ ਕਰਦਾ ਹੈ ਸਤਿਗੁਰੂ ਜੀ, ਗੁਰੂ ਅੰਗਦ ਸਾਹਿਬ ਜੀ, ਬਲਵੰਡ ਖੀਵੀ ਨੇਕ ਜਾਣੈ। ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਜਿਹੜੇ ਮਹਿਲ ਨੇ ਨਾ ਮਾਤਾ ਖੀਵੀ ਜੀ, ਉਹ ਬਹੁਤੇ ਨੇਕ ਸੁਭਾਅ ਦੇ ਮਾਲਕ ਹਨ। ਪਤੀਵਰਤਾ ਧਰਮ ਚ ਕਾਇਮ ਰਹਿਣਾ ਤੇ ਗੁਰਸਿੱਖਾਂ ਦੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ, ਇਹ ਮਾਤਾ ਖੀਵੀ ਜੀ ਦੇ ਹਿੱਸੇ ਵਿੱਚ ਆਇਆ ਹੈ। ਸੋ ਗੁਰਬਾਣੀ ਵਿੱਚ ਗੁਰੂ ਅੰਗਦ ਸਾਹਿਬ ਦੇ ਮਹਿਲਾਂ ਦਾ ਜ਼ਿਕਰ ਹੈ। ਸੋ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਮਹਿਲ ਹੈ, ਸੋ ਖਡੂਰ ਦੇ ਸੀ ਖੱਤਰੀ ਦੇਵੀ ਚੰਦ ਹੈ, ਉਹਨਾਂ ਦੀ ਸੁਪੁੱਤਰੀ ਸੀ ਸਾਡੇ ਮਾਤਾ ਖੀਵੀ ਜੀ। ਬਲਵੰਡ ਖੀਵੀ ਨੇਕ ਜਾਣ। ਖੀਵੀ ਮਾਤਾ ਜੀ ਬੜੇ ਨੇਕ ਸੁਭਾਅ ਦੇ ਸਨ। ਭਾਈ ਬਲਵੰਡ ਬੇਨਤੀ ਕਰਦਾ ਹੈ, ਜਿਸ ਬਹੁਤੀ ਛਾਉ ਪਤਰਾਲੀ, ਜਿਨ੍ਹਾਂ ਦੀ ਬਹੁਤੀ ਸੰਘਣੀ ਸ਼ਾਂਤੀ ਰੂਪੀ ਛਾਂ ਔਰ ਇਸੇ ਤਰ੍ਹਾਂ ਕਰੁਣਾ ਮੁਕਤਾ ਮੈਤਰੀ ਅਪੇਖਿਆ ਰੂਪੀ ਪੱਤਰਿਆਂ ਵਾਲੀ, ਸ਼ਾਂਤੀ ਦੇਣ ਵਾਲੀ, ਸੁਭ ਗੁਣਾ ਵਾਲੀ, ਇਹ ਸ਼ਾਂਤੀ ਧੀਰਜ ਦੇਣ ਵਾਲੀ, ਇਹ ਛਾਂ ਵਰਗਾ ਜੀਵਨ ਹੈ। ਸੋ ਐਸੇ ਮਾਤਾ ਜੀ ਸੰਘਣੀ ਛਾਂ ਜਿਵੇਂ ਹੁੰਦੀ ਹੈ ਨਾ ਆਨੰਦਤ, ਇਉਂ ਮਾਤਾ ਜੀ ਦਾ ਸ਼ਾਂਤੀ ਦੇ ਦੇਣ ਵਾਲਾ ਸੁਭਾਅ ਹੈ। ਸੁਭ ਗੁਣਾ ਦੀ ਛਾਂ ਦੇਣ ਵਾਲੇ ਹੋਂ। ਸੋ ਇਸ ਤਰ੍ਹਾਂ ਭਗਤੀ ਦੀ ਛਾਇਆ ਕਰਨ ਵਾਲੇ ਹੋਂ। ਐਸੇ ਗੁਰੂ ਅੰਗਦ ਸਾਹਿਬ ਦੇ ਮਹਿਲ ਮਾਤਾ ਜੀ, ਮਾਤਾ ਖੀਵੀ ਜੀ ਬਹੁਤੇ ਨੇਕ ਸੁਭਾਅ ਦੇ ਮਾਲਕ ਹਨ। ਲੰਗਰ ਦੌਲਤ ਵੰਡੀਐ, ਔਰ ਮਾਤਾ ਜੀ ਤੇ ਸਤਿਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਵਿੱਚ ਲੰਗਰ ਦੌਲਤ ਵੰਡੀਐ। ਤੇ ਲੋੜਵੰਦਾਂ ਨੂੰ ਦੌਲਤ ਧਨ ਪਦਾਰਥ ਵੀ ਮੰਗਿਆ ਮਿਲਦਾ ਹੈ। ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਲੰਗਰ ਦੌਲਤ ਵੰਡੀ ਹੈ। ਤੁਹਾਡੇ ਲੰਗਰ ਵਿੱਚ ਨਾ ਭਗਤੀ ਦੀ ਦੌਲਤ ਵੰਡੀ ਦੀ ਹੈ, ਭਗਤੀ ਦੀ ਦੌਲਤ ਹੈ। ਐਸੀ ਰਹਿਮਤ ਕਰਕੇ ਵੰਡਦੇ ਹੋ। ਰਸ ਅੰਮ੍ਰਿਤ ਖੀਰ ਘਿਆਲੀ, ਤੇ ਤੁਹਾਡੇ ਲੰਗਰ ਵਿੱਚ ਰਸਦਾਇਕ ਅੰਮ੍ਰਿਤਸਰੀ ਖੀਰ ਘਿਆਲੀ ਘਿਓ ਵਾਲੀ ਖੀਰ ਵਰਤਦੀ ਹੈ ਗੁਰੂ ਅੰਗਦ ਸਾਹਿਬ ਤੁਹਾਡੇ ਲੰਗਰ ਵਿੱਚ ਹੈ। ਪਿੱਛੇ ਬੇਨਤੀ ਕੀਤੀ ਸੀ ਇੱਕ ਵਾਰ, ਖਡੂਰ ਪਿੰਡ ਦੇ ਠਹਿਰੇ ਪਸ਼ੂ ਬਿਮਾਰ ਹੋ ਗਏ ਸੀ, ਮੱਝਾਂ ਗਾਈਆਂ। ਸਤਿਗੁਰਾਂ ਦੇ ਕੋਲ ਆਏ ਮਹਾਰਾਜ, ਪਸ਼ੂ ਨਹੀਂ ਬਚਦੇ, ਬਿਮਾਰ ਹੋ ਜਾਂਦੇ ਨੇ, ਫਿਰ ਮਰ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋ ਸਾਡੇ ਪਸ਼ੂ ਬਚ ਰਹਿਣ, ਤਾਂ ਅਸੀਂ ਵਾਅਦਾ ਕਰਦੇ ਹਾਂ ਵੀ ਜਿੰਨਾ ਦੁੱਧ ਹੋਇਆ ਕਰੇਗਾ ਨਾ, ਅੱਧਾ ਦੁੱਧ ਘਰ ਵਰਤ ਲਿਆ ਕਰਾਂਗੇ ਤੇ ਅੱਧਾ ਦੁੱਧ ਗੁਰੂ ਕੇ ਲੰਗਰ 'ਚ ਪਾ ਦਿਆ ਕਰਾਂਗੇ।
ਸਾਡੇ ਪਸ਼ੂ ਬਚ ਜਾਣ। ਹਜੂਰ ਕਰਕੇ ਜੇ ਭਾਈ ਲੰਗਰ ਨਾਲ ਇੰਨਾ ਪਿਆਰ ਹੈ, ਸਤਿਗੁਰੂ ਕਿਰਪਾ ਪਰਮੇਸ਼ਰ ਕਰੇ ਤੁਹਾਡੇ ਡੰਗਰ ਰਾਜੀ ਹੋ ਜਾਣ ਹੈ। ਸੋ ਉਹ ਡੰਗਰ ਸਾਰੇ ਖਹਿਰਿਆਂ ਦੇ ਬਚ ਗਏ। ਸਵੇਰ ਦਾ ਸਵੇਰ ਨੂੰ ਤੇ ਸ਼ਾਮ ਦਾ ਸ਼ਾਮ ਨੂੰ ਦੁੱਧ ਚੋ ਕੇ ਪਸ਼ੂਆਂ ਦਾ ਅੱਧਾ ਘਰ ਰੱਖ ਲਿਆ ਕਰਦੇ ਤੇ ਅੱਧਾ ਗੁਰੂ ਕੇ ਲੰਗਰ 'ਚ ਲਿਆ ਪਾਇਆ ਕਰਦੇ ਹੈ। ਉਹ ਮਾਤਾ ਖੀਵੀ ਜੀ ਖਾਲਸਾ ਜੀ ਕੋ ਜਿੰਨਾ ਦੁੱਧ ਹੁੰਦਾ ਨਾ ਇੱਕ ਵੇਲੇ ਦਾ ਉਹ ਚੌਲ ਪਾ ਕੇ ਖੀਰ ਰਿੰਨ ਲਿਆ ਕਰਦੇ ਤੇ ਜਿੰਨਾ ਇੱਕ ਵੇਲੇ ਦਾ ਘਿਓ ਰਿੜਕ ਕੇ ਦਹੀਂ ਤੇ ਉਹਦੇ ਖਾਲਸਾ ਜੀ ਜਿੰਨਾ ਘਿਓ ਮੱਖਣ ਨਿਕਲਦਾ ਉਹ ਘਿਓ ਬਣਾ ਕੇ ਤੇ ਇਹ ਖੀਰ ਦੇ ਵਿੱਚ ਪਾ ਦਿਆ ਕਰਦੇ। ਕੋਈ ਜੋੜਨ ਦੀ ਕੋਈ ਇੱਛਾ ਨਹੀਂ, ਕੋਈ ਹੋਰ ਕੋਈ ਮਨ 'ਚ ਲਾਲਸਾ ਨਹੀਂ। ਸੋ ਐਸੀ ਰਸਦਾਇਕ ਅੰਮ੍ਰਿਤ ਖੀਰ ਘਿਆਲੇ। ਸੋ ਅੰਮ੍ਰਿਤ ਸਰੀਖੀ ਖੀਰ ਜਿਹੜੀ ਹੈ ਨਾ ਉਹ ਖਾਲਸਾ ਜੀ ਵਰਤਦੀ ਹੈ। ਜਿਹੜੇ ਭਾਈ ਸੱਤਾ ਬਲਵੰਡਾ ਏਡੇ ਨਿਡਰ ਸ਼ਬਦ ਵਰਤੇ ਸਾਹਿਬਜ਼ਾਦਿਆਂ ਪ੍ਰਤੀ। ਕੱਲ ਆਪਾਂ ਸੁਣਿਆ ਸੀ ਵੀ ਦਿਲ ਖੋਟੇ ਆਕੀ ਫਿਰਨਾ ਹੈ, ਬਨ ਭਾਰ ਉਚਾਏ ਨਹੀਂ ਛੱਟੀ ਹੈ। ਕਿੱਡੇ ਕਰੜੇ ਸ਼ਬਦ ਗੁਰੂ ਅਰਜਨ ਸਾਹਿਬ ਦੇ ਪਾਸ ਬਹਿ ਕੇ ਸਾਹਿਬਜ਼ਾਦਿਆਂ ਪ੍ਰਤੀ ਵਰਤੇ। ਤੇ ਕਈਆਂ ਲੋਕਾਂ ਨੇ ਐਸੇ ਕਿਤਾਬਾਂ ਲਿਖੀਆਂ ਵੀ ਗੁਰੂ ਅੰਗਦ ਸਾਹਿਬ ਦੇ ਲੰਗਰ 'ਚ ਮਾਸ ਬਣਦਾ ਹੁੰਦਾ ਸੀ। ਜੇ ਬਣਦਾ ਹੁੰਦਾ ਤੇ ਸੱਤਾ ਬਲਵੰਡਾ ਜ਼ਰੂਰ ਇਹ ਗੱਲ ਕਹਿੰਦੇ ਵੀ ਬੜਾ ਸੋਹਣਾ ਮਾਸ ਰਿਝਦਾ ਸੀ, ਉੱਥੇ ਮਾਸ ਬਣਦਾ ਸੀ। ਕਦੇ ਵਾਸਤੇ ਵੀ ਤੁਰਕੀ ਬਾਣੀ 'ਚ ਕੋਈ ਐਸੀ ਮਿਸਾਲ ਕੋਈ ਘਟਨਾ ਨਹੀਂ ਪੜ੍ਹਨ ਨੂੰ ਮਿਲੇਗੀ। ਸੋ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਤੁਹਾਡਾ ਐਸਾ ਲੰਗਰ ਹੈ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੇ। ਰਸਦਾਇਕ ਅੰਮ੍ਰਿਤ ਸਰੀਖੀ ਘਿਆਲੀ ਘਿਓ ਵਾਲੀ ਖੀਰ ਨਿਤਾ ਪ੍ਰਤੀ ਬਣਦੀ ਹੈ। ਐਸਾ ਤੁਹਾਡਾ ਲੰਗਰ ਹੈ ਸਤਿਗੁਰੂ ਜੀ ਕਿਰਪਾ ਕਰਕੇ ਚਲਾਉਣੇ ਹੋ। ਰਸ ਕੀ ਹੈ? ਪ੍ਰੇਮ ਹੈ। ਖੀਰ ਕੀ ਹੈ? ਭਗਤੀ। ਘਿਓ ਕੀ ਹੈ? ਗਿਆਨ। ਤੇ ਇਸੇ ਤਰ੍ਹਾਂ ਖਾਲਸਾ ਜੀ ਰਸ ਅੰਮ੍ਰਿਤ ਤੇ ਅੰਮ੍ਰਿਤ ਸਰੀਖਾ ਕੀ ਹੈ? ਨਾਮ ਹੈ। ਇਹ ਸੱਚੇ ਪਾਤਸ਼ਾਹ ਤੁਹਾਡੇ ਦਰਬਾਰ 'ਚ ਨਾ ਇਹ ਐਸਾ ਲੰਗਰ ਵਰਤਦਾ ਹੈ ਪ੍ਰੇਮ ਦਾ, ਗਿਆਨ ਦਾ, ਨਾਮ ਦਾ, ਭਗਤੀ ਦਾ। ਰਸ ਅੰਮ੍ਰਿਤ ਖੀਰ ਘਿਆਲੀ। ਰਸ ਨਾਮ ਹੁੰਦਾ ਪ੍ਰੇਮ ਦਾ। ਘਿਓ ਕਿਹੜਾ? ਜਿਹੜਾ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੈ। ਤੇ ਅੰਮ੍ਰਿਤ ਸਰੀਖੀ ਖਾਲਸਾ ਜੀ ਕੀ ਹੈ? ਗੁਰੂ ਕਾ ਨਾਮ ਹੈ। ਤੇ ਭਗਤੀ ਦੀ ਖੀਰ ਹੈ ਇਹ ਗੁਰੂ ਅੰਗਦ ਸਾਹਿਬ ਤੁਹਾਡੇ ਦਰਬਾਰ 'ਚ ਵਰਤਦੀ ਹੈ। ਐਸਾ ਲੰਗਰ ਤੁਹਾਡਾ ਚੱਲਦਾ ਹੈ। ਗੁਰ ਸਿੱਖਾਂ ਕੇ ਮੁਖ ਉਜਲੇ। ਜਿਹੜੇ ਗੁਰੂ ਕੇ ਸਿੱਖ ਨੇ ਨਾ ਬੰਦਗੀ ਕਰਨ ਵਾਲੇ, ਸੇਵਾ ਸਿਮਰਨ ਕਰਨ ਵਾਲੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਪੁਰਾਤਨ ਗੁਰੂ ਕੇ ਸਿੱਖ ਭਾਈ ਭਗੀਰਥ, ਭਾਈ ਸਧਾਰਨ ਆਦਿਕ ਗੁਰੂ ਕੇ ਸਿੱਖਾਂ ਦੇ ਮੂੰਹ ਬੰਦਗੀ ਕਰਨ ਵਾਲਿਆਂ ਦੇ ਸਦਾ ਵਾਸਤੇ ਉਜਲੇ ਹੁੰਦੇ ਨੇ। ਉਜਲੇ ਜਿਹੜੇ ਬੰਦਗੀ ਕਰਦੇ ਆ ਨਾ ਰੋਜ਼ ਹੀ ਜਪਜੀ ਸਾਹਿਬ ਦੀਆਂ ਆਖਰੀ ਤੁਕਾਂ ਪੜ੍ਹਦੇ ਆ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਗੁਰੂ ਕੇ ਪਿਆਰਿਆਂ ਦੇ ਮੂੰਹ ਚਿਹਰੇ ਉਜਲੇ ਹੁੰਦੇ ਨੇ, ਸੁਰਖਰੂ ਹੁੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਖਿਆਲ ਦਿੱਤਾ, ਕਹਿਣਗੇ ਗੁਰੂ ਕੇ ਪਿਆਰਿਆਂ ਦੇ ਚਿਹਰੇ ਮੋਹਰੇ ਜਿਹੜੇ ਤਾਂ ਖਿੜੇ ਰਹਿੰਦੇ ਹਨ। ਤੇ ਜਿਹੜੇ ਮਨਮੁਖ ਲੋਕ ਨੇ ਦੁਰਾਚਾਰੀ ਸੁਭਾਅ ਇੱਥੇ ਵੀ ਦੁਰੇ ਲੋਕਾਂ ਦੀਆਂ ਲਾਹਣਤਾਂ ਫਿਟਕਾਰਾਂ ਖੱਟਦੇ ਨੇ। ਜਦੋਂ ਪ੍ਰਲੋਕ ਵਿੱਚ ਜਾਂਦੇ ਨੇ ਉੱਥੇ ਵੀ ਮੂੰਹ ਕਾਲਾ ਹੀ ਕਰਵਾਈ ਫਿਰਦੇ ਨੇ, ਇੱਥੇ ਵੀ ਮੂੰਹ ਕਾਲਾ। ਅੱਗੇ ਪ੍ਰਲੋਕ ਵਿੱਚ ਵੀ ਐਸੀ ਹਾਲਤ ਹੁੰਦੀ ਹੈ। ਸੇਵਕ ਦਰਗਹਿ ਸੁਰਖਰੂ ਵੇ ਮੁਖ ਮੁਖ ਕਾਲਾ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਬਚਨ ਕਹੇ ਨੇ। ਸੋ ਗੁਰਸਿੱਖਾਂ ਕੇ ਮੁਖ ਉਜਲੇ। ਗੁਰੂ ਕੇ ਸਿੱਖਾਂ ਦੇ ਮੂੰਹ ਚਿਹਰੇ ਜਿਹੜੇ ਆ ਉਜਲੇ ਖਿੜੇ ਰਹਿੰਦੇ ਨੇ ਹਰ ਵੇਲੇ। ਕੋਈ ਧੱਬਾ, ਕੋਈ ਦੋਸ਼, ਕੋਈ ਕਲੰਕ ਨਹੀਂ ਕਰੇ ਖੱਟਦੇ। ਚੜ੍ਹਦੀ ਕਲਾ ਨਾਲ ਆਪਣਾ ਜੀਵਨ ਸਵਾਰ ਕੇ ਜੀਵਨ ਦੀ ਬਾਜੀ ਨੂੰ ਜਿੱਤਦੇ ਨੇ। ਉਹਨਾਂ ਗੁਰਸਿੱਖਾਂ ਦੇ ਮੂੰਹ ਉਜਲੇ ਹਨ। ਮਨਮੁਖ ਥੀਏ ਪਰਾਲੀ। ਤੇ ਜਿਹੜੇ ਮਨਮੁਖ ਦੇ ਲੋਕ ਨੇ ਨਾ ਥੀਏ ਹੁੰਦੇ ਨੇ ਪਰਾਲੀ ਵਰਗੇ ਫੂਕ, ਹਰ ਵੇਲੇ ਸੜੇ ਹੀ ਰਹਿਣਾ ਕ੍ਰੋਧ ਦੇ ਵਸ ਹੋ ਕਰਕੇ। ਈਰਖਾ ਦੀ ਅੱਗ ਵਿੱਚ ਪੈ ਕੇ ਹਰ ਵੇਲੇ ਮੁਰਝਾਈ ਰਹਿੰਦੇ, ਸੜੇ ਹੀ ਰਹਿੰਦੇ ਹਨ। ਜਿਵੇਂ ਪਰਾਲੀ ਫੂਕ ਹੁੰਦਾ ਨਾ, ਦਾਣੇ ਨਹੀਂ ਹੁੰਦੇ ਪਰਾਲੀ ਵਿੱਚ, ਫੂਕ ਹੀ ਹੁੰਦਾ ਕਾਖੇ। ਇਉਂ ਖਾਲਸਾ ਜੀ ਮੂੰਹ ਫੂਕ ਹੀ ਹੋਏ ਰਹਿੰਦੇ ਨੇ। ਸੌਗਣਾ ਰੂਪੀ ਦਾਣੇ ਨਹੀਂ ਉਹਨਾਂ ਦੇ ਪੱਲੇ ਹੁੰਦੇ, ਮੂੰਹ ਹਰ ਵੇਲੇ ਫੂਕ ਹੀ ਸੂਤਿਆ ਹੀ ਰਹਿੰਦਾ ਹੈ। ਐਸੀ ਉਹਨਾਂ ਲੋਕਾਂ ਦੀ ਹਾਲਤ ਹੈ।
ਸੋ ਗੁਰੂ ਕੇ ਸਿੱਖਾਂ ਦੇ ਮੂੰਹ ਤਾਂ ਉਜਲੇ ਹੁੰਦੇ ਨੇ ਪਰਮੇਸ਼ਰ ਦੇ ਪਿਆਰੇ ਆਂਦੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਨਾ ਇੱਕ ਖੀਰ ਖਾਣਾ ਸਿੱਖ ਆ ਗਿਆ। ਖੀਰ ਬਣਦੀ ਸੀ ਘਿਓ ਵਾਲੀ, ਤੇ 6 ਮਹੀਨੇ ਤੋਂ ਲਗਾਤਾਰ ਗੁਰੂ ਕੇ ਦਰਬਾਰ ਚ ਰਿਹਾ ਖਡੂਰ ਸਾਹਿਬ, ਤੇ ਦਰਵਾਜ਼ਾ ਬੰਦ ਕਰਕੇ ਅੰਦਰ ਸੌਂ ਰਿਹਾ ਕਰੇ। ਜਦੋਂ ਲੰਗਰ ਦਾ ਸਮਾਂ ਹੋਵੇ ਨਾ, ਸੰਗਤ ਸਤਨਾਮ ਦਾ ਜਾਪ ਕਰਿਆ ਕਰੇ, ਔਰ ਸਹਿਜੇ ਜੇ ਬਾਹਰ ਖੋਲ ਕੇ ਤੇ ਤੱਪੜ ਤੇ ਜਾ ਬੈਠਿਆ ਕਰੇ, ਛੱਕ ਕੇ ਖੀਰ ਪਾਣੀ ਤੇ ਉੱਥੋਂ ਹੀ ਥਾਲੀ ਪਰੇ ਕਰ ਦਿੰਦਾ ਤੇ ਅੰਦਰ ਵੜ ਕੇ ਤੇ ਫਿਰ ਕੁੰਡੀ ਲਾ ਕੇ ਸੌਂ ਰਹਿੰਦਾ। 6 ਮਹੀਨੇ ਸਮਾਂ ਇਸ ਤਰ੍ਹਾਂ ਲੰਘ ਗਿਆ। ਇੱਕ ਦਿਨ ਅਚਾਨਕ ਹੀ ਇਹ ਜੇ ਸੁੱਤਾ ਹੀ ਪਿਆ ਸੀ, ਸਤਿਗੁਰੂ ਦਾ ਆਸਣ ਜਿਹੜਾ ਸੀਗਾ ਸਿੰਘਾਸਣ ਗੁਰੂ ਅੰਗਦ ਸਾਹਿਬ ਜੀ ਦਾ, ਕੁਦਰਤੀ ਇਸ ਦੇ ਕਮਰੇ ਦੇ ਦਰਵਾਜ਼ੇ ਅੱਗੇ ਹਜੂਰ ਆਣ ਬੈਠੇ। ਸਿੱਖਾਂ ਨੇ ਇੱਥੇ ਸਿੰਘਾਸਣ ਵਿਛਾਇਆ ਕੁਦਰਤੀ ਤੌਰ 'ਤੇ। ਉਧਰੋਂ ਸੰਗਤ ਨੇ ਜਦੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ, ਇਹਦੇ ਕੰਨੀ ਆਵਾਜ਼ ਪਈ ਤੇ ਉਬੜਵਾਏ ਛੇਤੀ ਨਾਲ ਉੱਠਿਆ। ਰੋਜ਼ ਦੀ ਤਰ੍ਹਾਂ ਦਰਵਾਜ਼ਾ ਖੋਲ੍ਹਿਆ, ਅੱਗੇ ਸਤਿਗੁਰੂ ਅੰਗਦ ਸਾਹਿਬ ਜੀ ਬੈਠੇ ਹੋਏ। ਹੁਣ ਮੱਥਾ ਤਾਂ ਟੇਕਣਾ ਹੀ ਸੀ, ਸਤਿਗੁਰਾਂ ਦੇ ਦਰਸ਼ਨ ਕੀਤੇ, ਸਤਿਗੁਰਾਂ ਨੂੰ ਦਰਸ਼ਨ ਕੀਤੇ, ਮੱਥਾ ਟੇਕਿਆ। ਹਜੂਰ ਨੇ ਵੇਖਿਆ, ਪੁੱਛਿਆ, ਪ੍ਰੇਮੀਆਂ ਕਦੋਂ ਦਾ ਇੱਥੇ ਆਏ ਆ? ਸੱਚੇ ਪਾਤਸ਼ਾਹ ਮੈਨੂੰ ਤਾਂ 6 ਮਹੀਨੇ ਹੋ ਗਏ ਨੇ ਤੁਹਾਡੇ ਕੋਲ ਰਹਿੰਦਿਆਂ ਨੂੰ। ਸਤਿਗੁਰੂ ਕਹਿਣਗੇ ਕੀ ਕਰਦਾ ਹੁੰਦਾ? ਮਹਾਰਾਜ ਤੁਸੀਂ ਕੋਈ ਸੇਵਾ ਮੈਨੂੰ ਦੱਸੀ ਨਹੀਂ ਤੇ ਮੈਂ ਕੀਤੀ ਨਹੀਂ। ਇੱਕ ਦਿਨ ਮੈਨੂੰ ਬਾਬੇ ਬੁੱਢੇ ਨੇ ਆਖਿਆ ਸੀ, ਭਾਈ ਬੁੱਢੇ ਨੇ, ਕਿ ਕੋਈ ਸੇਵਾ ਕਰਿਆ ਕਰ। ਮੈਂ ਕਿਹਾ ਜੇ ਸਤਿਗੁਰੂ ਕਹਿਣਗੇ ਤੇ ਕਰਾਂਗਾ, ਤੁਹਾਡੇ ਅੱਗੇ ਜੱਟਾਂ ਦੇ ਆਖੇ ਲਾ ਕੇ ਨਹੀਂ ਕਰਨੇ। ਤੁਸੀਂ ਮਹਾਰਾਜ ਮੈਨੂੰ ਕੋਈ ਸੇਵਾ ਕਹੀ ਨਹੀਂ ਤੇ ਮੈਂ ਕੀਤੀ ਨਹੀਂ। ਸਤਿਗੁਰੂ ਕਹਿਣਗੇ ਤਾਂ ਗੱਲ ਠੀਕ ਹੈ, ਪਰ ਉਸ ਵੇਲੇ ਦੇ ਸਤਿਗੁਰੂ ਗਰੀਬ ਨਵਾਜ ਨੇ ਮੱਥੇ ਵੱਲ ਝਾਕ ਕੇ ਵੇਖਿਆ ਤੇ 8 ਪਹਿਰ ਦੀ ਉਮਰ ਬਾਕੀ ਰਹਿ ਗਈ। ਕਹਿਣਗੇ ਪ੍ਰੇਮੀਆਂ ਹੁਣ ਤੈਨੂੰ ਕੀ ਸੇਵਾ ਦਸੀਏ, ਤੇਰੀ ਤਾਂ ਉਮਰ ਬੜੀ ਥੋੜੀ ਰਹਿ ਗਈ, ਇੰਨੇ ਕੁ ਸਮੇਂ ਵਿੱਚ ਤੂੰ ਮੁਕਤ ਨਹੀਂ ਹੋ ਸਕੇਗਾ। ਕਿੰਨੀ ਕੁ ਉਮਰ ਹੈ? ਹਜੂਰ ਕਹਿਣਗੇ 8 ਪਹਿਰ ਤੇਰੀ ਜ਼ਿੰਦਗੀ ਰਹਿ ਗਈ ਹੈ। ਔਰ ਸਾਡਾ ਬਚਨ ਮਨ ਜੰਗਲ ਵਿੱਚ ਜਾ ਕੇ ਲੱਕੜਾਂ ਦਾ ਢੇਰ ਲਾ ਕੇ ਚਿਖਾ ਬਣਾ ਕੇ ਤੇ ਉਹਦੇ 'ਚ ਛਾਲ ਮਾਰ ਕੇ ਸੜ ਮਾਰੇ, ਫਿਰ ਤੈਨੂੰ ਮੁਕਤ ਹੋ ਜਾਵੇਂਗਾ। ਹੁਣ ਜਿਹੜੀ ਖੀਰ ਘਿਓ ਵਾਲੀ ਕਿੱਥੋਂ ਲੱਗੇ, ਚੰਗੀ ਕਿੱਥੋਂ ਲੱਗੇ? ਉਸ ਮਨ 'ਚ ਸੋਚਦਾ ਵੀ ਰੋਜ਼ ਮੌਜ ਕਰਦੇ ਸਾਂ, ਆ ਬਾਬੇ ਬੁੱਢੇ ਵਰਗੇ ਸਿੱਖਾਂ ਨੇ ਨਾ ਇਹ ਕੰਮ ਕਰਨ ਨਹੀਂ ਦਿੱਤਾ, ਸਤਿਗੁਰਾਂ ਕੋਲ ਸ਼ਿਕਾਇਤ ਲਾਈ ਹੋਵੇਗੀ। ਹੁਣ ਗੁਰੂ ਕਾ ਬਚਨ ਹੈ, ਮਰਨਾ ਬੜਾ ਔਖਾ ਹੈ। ਸਤਿਗੁਰੂ ਕਹਿੰਦੇ ਹੱਥਾਂ ਪੈਰਾਂ 'ਚ ਮਰ ਜਾਣਾ ਤੂੰ, ਤੇਰੀ ਜ਼ਿੰਦਗੀ ਥੋੜੀ ਹੈ, ਚਿਖਾ ਬਣਾ ਕੇ ਸੜ ਮਾਰੇ। ਇਹ ਹਜੂਰ ਦਾ ਬਚਨ ਮੰਨ ਕੇ ਮੱਥਾ ਟੇਕ ਕੇ ਚੱਲ ਪਿਆ। ਜੰਗਲ ਵਿੱਚ ਆ ਕੇ ਲੱਕੜਾਂ ਇਕੱਠੀਆਂ ਕੀਤੀਆਂ, ਢੇਰ ਲੱਕੜਾਂ ਦਾ ਲਾ ਕੇ ਤੇ ਉਹਨਾਂ ਨੂੰ ਅੱਗ ਲਾ ਦਿੱਤੇ। ਹੁਣ ਵਿੱਚ ਚਿਖਾ ਦੀ ਛਾਲ ਮਾਰਨੀ ਹੈ, ਪਰ ਡਰਦਾ ਹੋਇਆ ਅੱਗ ਦੇ ਨੇੜੇ ਨਹੀਂ ਜਾਂਦਾ, ਉਹਦੀਆਂ ਪ੍ਰਕਰਮਾਂ ਜਿਹੀਆਂ ਕਰੀ ਜਾਂਦਾ ਹੈ। ਇਧਰੋਂ ਖਾਲਸਾ ਜੀ ਕਿ ਧਾੜਵੀ ਚੋਰ ਚੋਰੀ ਦਾ ਮਾਲ ਲੁੱਟਿਆ ਹੋਇਆ ਲੈ ਕੇ ਆ ਰਿਹਾ, ਜਿਹਦਾ ਇਤਿਹਾਸ 'ਚ ਨਾਂ ਆਉਂਦਾ ਭਾਈ ਮੇਹਰਾ ਹੈ। ਭਾਈ ਮੇਹਰਾ ਧਾੜਵੀ, ਉਹਨੇ ਵੇਖਿਆ ਕੋਲ ਦੀ ਲੰਘ ਰਿਹਾ ਸੀ, ਮਗਰ ਦੂਰ ਦੁਰੇਡੇ ਬਾਹਰ ਆਉਂਦੀ ਸੀ, ਖੋਜ ਖੁਰਾ ਕੱਢਦੇ ਕੋਲ ਉਹਦੇ ਕੀਮਤੀ ਗਹਿਣੇ ਤੇ ਮਾਇਆ। ਜਦੋਂ ਉਹਨੇ ਵੇਖਿਆ ਵੀ ਇਹ ਗੁਰੂ ਕਾ ਸਿੱਖ ਜਾਪਦਾ ਹੈ, ਤੇ ਸਿੱਖ ਤਾਂ ਅੱਗ ਦੀਆਂ ਪ੍ਰਕਰਮਾਂ ਨਹੀਂ ਕਰਦੇ ਹੁੰਦੇ, ਵਿਆਹਾਂ ਵੇਲੇ ਨਾਮ ਧਾਰੀਏ ਸਿੱਖ ਕਰਦੇ ਨੇ, ਸੋ ਗੁਰੂ ਕੇ ਸਿੱਖ ਤਾਂ ਪ੍ਰਕਰਮਾਂ ਨਹੀਂ ਕਰਦੇ ਅੱਗ ਦੀਆਂ, ਤੇ ਸਿੱਖ ਜਾਪਦਾ ਹੈ। ਪੁੱਛਿਆ ਕੌਣ ਹੈ? ਭਾਈ ਤੂੰ ਅੱਗ ਦੀਆਂ ਪ੍ਰਕਰਮਾਂ ਕਰਦਾ ਜਾਪਦਾ ਗੁਰੂ ਕਾ ਸਿੱਖ ਹੈ। ਕਹਿੰਦਾ ਹਾਂ ਗੱਲ ਤੇ ਇਹੀ ਹੈ। ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਖਡੂਰ ਸਾਹਿਬ ਰਹਿੰਦੇ ਸਨ, 6 ਮਹੀਨੇ ਉੱਥੇ ਮੌਜ ਨਾਲ ਕੱਟੇ, ਬੜੀਆਂ ਖੀਰਾਂ ਖਾਧੀਆਂ। ਭਾਈ ਬੁੱਢਾ ਜੀ ਵਰਗੇ ਸਿੱਖਾਂ ਨੇ ਸਤਿਗੁਰਾਂ ਨੂੰ ਕਹਿ ਕੇ ਇਹ ਬਚਨ ਕਰਵਾਤਾ। ਸਤਿਗੁਰੂ ਕਹਿੰਦੇ 8 ਪਹਿਰ ਤੇਰੀ ਜ਼ਿੰਦਗੀ ਰਹਿ ਗਈ ਹੈ, ਤੇ ਜਾ ਜਾ ਕੇ ਜੰਗਲ 'ਚ ਚਿਖਾ ਬਣਾ ਕੇ ਤੇ ਲੱਕੜਾਂ ਦੇ ਢੇਰ 'ਚ ਪੈ ਕੇ ਸੜ ਮਾਰਿਆ। ਮੈਥੋਂ ਹੁਣ ਸੜਿਆ ਨਹੀਂ ਜਾਂਦਾ, ਚਿਖਾ ਤਾਂ ਬਣਾ ਲਈ ਹੈ, ਮੈਥੋਂ ਹੁਣ ਸੜਿਆ ਨਹੀਂ ਜਾਂਦਾ ਹੈ। ਭਾਈ ਮੇਰੇ ਨੇ ਆਖਿਆ ਗੁਰੂ ਕਾ ਬਚਨ? ਕਹਿੰਦੇ ਹਾਂ ਗੁਰੂ ਕਾ ਬਚਨ ਹੈ। ਲੈ ਆ ਫੜ ਕੀਮਤੀ ਗਹਿਣਿਆਂ ਵਾਲਾ ਝੋਲਾ, ਪੈਸਿਆਂ ਵਾਲਾ, ਤੇ ਜਿਹੜਾ ਬਚਨ ਗੁਰੂ ਅੰਗਦ ਸਾਹਿਬ ਨੇ ਤੈਨੂੰ ਕੀਤਾ ਹੋਇਆ ਨਾ, ਉਹ ਹੁਣ ਬਚਨ ਮੈਨੂੰ ਦੇ ਦੇ, ਮੈਨੂੰ ਅਰਦਾਸ ਕਰਵਾ ਦੇ ਵੀ ਇਹਨੂੰ ਇਹ ਬਚਨ ਦਿੱਤਾ ਹੈ। ਝਾਟੀ ਅਰਦਾਸ ਕਰ ਦਿੱਤੀ ਤੇ ਉਹ ਪੈਸਿਆਂ ਵਾਲਾ ਕੀਮਤੀ ਗਹਿਣੇ ਜਿਹੜੇ ਸੀ ਸੋਨੇ ਦੇ, ਉਹ ਝੋਲਾ ਜਿਹਾ ਫੜ ਲਾ। ਉਹਨੇ ਆਖਿਆ ਭਾਵੇਂ ਕਈ ਪੀੜ੍ਹੀਆਂ ਤੱਕ ਖੀਰਾਂ ਬਣਾ ਬਣਾ ਖਾਈ ਜੀ ਮੁੱਕਣਗੀਆਂ ਨਹੀਂ। ਝੋਲਾ ਫੜ ਕੇ ਬੈਠ ਗਿਆ। ਭਾਈ ਮੇਰਾ ਝਾਟੀ ਸਤਿਗੁਰੂ ਅੰਗਦ ਸਾਹਿਬ ਨੂੰ ਯਾਦ ਕਰਕੇ ਤੇ ਛਾਲ ਮਾਰੀ, ਚਿਖਾ ਵਿੱਚ ਪੈ ਗਿਆ। ਇਧਰੋਂ ਖਾਲਸਾ ਜੀ ਵਾਰ ਪਿੱਛੇ ਲੱਗੀ ਹੋਈ ਸੀ, ਇਹ ਖਲੋਤਾ ਬੇਫਿਕਰ ਹੋ ਕੇ
ਉਹ ਗਹਿਣੇ ਗਿਣੀ ਜਾਂਦਾ, ਪੈਸੇ ਗਿਣੀ ਜਾਂਦਾ ਵੀ ਬੜੇ ਨੇ। ਉਹਨੇ ਚਿਰ ਨੂੰ ਤਾਂ ਉਹਨਾਂ ਨੇ ਆ ਕੇ ਮਗਰੋਂ ਬਾਹਰ ਨੇ ਫੜ ਲਿਆ। ਉਹ ਕੋਲੋਂ ਹੀ ਸਾਜੋ ਸਮਾਨ ਫੜਿਆ ਗਿਆ, ਹਾਕਮ ਦੇ ਪੇਸ਼ ਕੀਤਾ। ਉਹਨੇ ਕਿਹਾ ਵੀ ਇਹਨੂੰ ਜੰਡ ਨਾਲ ਨਾ ਰੱਸਾ ਪਾ ਕੇ ਤੈਨੂੰ ਫਾਹੇ ਲਾ ਰਿਹਾ। ਜੰਡ ਨਾਲ ਰੱਸਾ ਪਾ ਕੇ ਉਹਨਾਂ ਨੇ ਫਾਹੇ ਲਾ ਦਿੱਤਾ ਸੀ। 8 ਪਹਿਰਾਂ ਵਿੱਚ ਹੀ ਸਤਿਗੁਰੂ ਦਾ ਬਚਨ ਸੀ ਵੀ ਮਰੇਗਾ ਜ਼ਰੂਰ ਹੈ। ਸੋ ਉਹ ਉਸ 8 ਪਹਿਰਾਂ 'ਚ ਹੀ ਮਰ ਗਿਆ ਸੀ। ਖੀਰ ਖਾਣਾ ਸਿੱਖ ਭਾਈ ਮੇਰਾ ਹਿੰਦੀ ਤਵਾਰੀਖ 'ਚ ਲਿਖਿਆ ਹੋਇਆ ਵੀ ਉਹਦਾ ਇੱਕ ਰੋਮ ਵੀ ਨਹੀਂ ਸੜਿਆ ਹੈ। ਚਿਖਾ ਠੰਡੀ ਹੋਈ ਤੇ ਭਾਈ ਮੇਰਾ ਸਿੱਧਾ ਹੀ ਸਤਿਗੁਰੂ ਅੰਗਦ ਸਾਹਿਬ ਜੀ ਦੇ ਪਾਸ ਗਿਆ ਹੈ। ਸਤਿਗੁਰੂ ਕਹਿਣਗੇ ਭਾਈ ਮੇਰਿਆ ਸਾਡਾ ਬਚਨ ਸੀ, ਇਹ ਤਾਂ ਉਹਦੀ ਪਰਖ ਕਰਨੀ ਸੀ। ਸਾਡਾ ਬਚਨ ਸੀ ਜਿਸ ਕਰਕੇ ਅੱਗ ਨੇ ਤੈਨੂੰ ਸਾੜਿਆ ਨਹੀਂ। ਪਰ ਜੇ ਸਤਿਗੁਰੂ ਮੈਨੂੰ ਸਿੱਖੀ ਬਖਸ਼ੋ, ਹਜੂਰ ਕਹਿਣਗੇ ਜਿੰਨੀਆਂ ਕਟੀਆਂ ਵੱਛੀਆਂ, ਜਿੰਨਾ ਚੋਰੀ ਦਾ ਮਾਲ ਹੈ ਨਾ ਤੇਰੇ ਕੋਲ ਲੋਕਾਂ ਦਾ ਲੁੱਟਿਆ ਹੋਇਆ, ਉਹ ਸਾਰਾ ਘਰੋਂ ਘਰੀ ਲੋਕਾਂ ਨੂੰ ਦੇ ਕੇ ਆ। ਸਾਰਾ ਸਮਾਨ ਮੋੜ ਦਿੱਤਾ ਸੀ। ਫਿਰ ਭਾਈ ਮੇਰੇ ਨੇ ਸਤਿਗੁਰੂ ਅੰਗਦ ਸਾਹਿਬ ਜੀ ਕੋਲ ਆ ਕੇ ਸਿੱਖੀ ਧਾਰਨ ਕੀਤੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਵਿੱਚ ਇਸ ਸਿੱਖ ਭਾਈ ਮੇਰੇ ਧਾਰਵੀ ਦਾ ਜ਼ਿਕਰ ਆਉਂਦਾ ਹੈ। ਸੋ ਐਉਂ ਖਾਲਸਾ ਜੀ ਗੁਰਸਿੱਖਾਂ ਕੇ ਮੁਖ ਉਜਲੇ। ਜਿਹੜੇ ਗੁਰੂ ਕੇ ਸਿੱਖ ਨੇ ਨਾ ਸੇਵਾ ਸਿਮਰਨ ਕਰਨ ਵਾਲੇ, ਉਹਨਾਂ ਦੇ ਮੂੰਹ ਤਾਂ ਹੁੰਦੇ ਨੇ ਉਜਲੇ। ਜਿਹੜੇ ਗੁਰੂ ਕਾ ਬਚਨ ਕਮਾਉਂਦੇ ਨੇ, ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦੇ ਨੇ। ਤੇ ਖੀਰ ਖਾਣੇ ਸਿੱਖ ਵਰਗੇ ਮਨਮੁਖ ਥੀਏ ਪਰਾਲੇ। ਉਹ ਮਨਮੁਖਾਂ ਦੇ ਥੀਏ ਹੋ ਜਾਂਦੇ ਨੇ, ਮੂੰਹ ਪਰਾਲੀ ਵਰਗੇ ਫੂਕ ਹੀ ਹੋ ਜਾਂਦੇ ਨੇ, ਪਰਾਲੀ ਵਰਗੇ ਬੇਕਾਰ ਹੀ ਹੋ ਜਾਂਦੇ ਹਨ। ਪਏ ਕਬੂਲ ਖਸਮ ਨਾਲ। ਹੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਪਏ ਹੋ ਕਬੂਲ, ਦਰ ਪ੍ਰਵਾਨ ਹੋਏ ਹੋ ਖਸਮ ਗੁਰੂ ਨਾਨਕ ਸਾਹਿਬ ਦੇ ਦਰ ਤੇ। ਕਬੂਲ ਹੋ ਗਿਆ ਤੁਹਾਡੀ ਕੀਤੀ ਹੋਈ ਸੇਵਾ ਤੇ ਸਿਮਰਨ ਭਗਤੀ ਸਿਰੇ ਚੜ ਗਈ ਹੈ। ਤੁਸੀਂ ਪਏ ਕਬੂਲ ਖਸਮ ਨਾਲ, ਕਬੂਲ ਹੋ ਗਏ ਹੋ ਖਸਮ ਮਾਲਕ ਦੇ ਦਰ ਤੇ। ਜਿਹੜੇ ਤੁਹਾਡੇ ਦਰ ਦੀ ਸੇਵਾ ਕਰਨ ਵਾਲੇ ਹੈ, ਗੁਰੂ ਅਮਰਦਾਸ ਵਰਗੇ ਹੋਰ ਸਿੱਖ ਸੱਚੇ ਪਾਤਸ਼ਾਹ, ਉਹ ਵੀ ਗੁਰੂ ਅੰਗਦ ਸਾਹਿਬ ਜੀ ਪਏ ਕਬੂਲ ਖਸਮ ਨਾਲ ਹੈ। ਉਹ ਖਸਮ ਦੀ ਦਰ ਦੀ ਮਾਲਕ ਦੀ ਸੇਵਾ ਕਰਕੇ ਉਹ ਵੀ ਕਬੂਲ ਸਿਰੇ ਚੜ ਗਏ, ਪ੍ਰਮਾਣਿਕ ਹੋ ਗਏ ਗੁਰੂ ਕੇ ਪਿਆਰੇ। ਜਾਂ ਘਾਲ ਮਰਦੀ ਘਾਲੀ। ਜਾਂ ਗੁਰੂ ਅੰਗਦ ਸਾਹਿਬ ਜੀ ਇਸ ਕਰਕੇ ਤੁਸੀਂ ਕਬੂਲ ਸਿਰੇ ਚੜ ਗਏ। ਜਾਂ ਘਾਲ ਮਰਦੀ ਘਾਲੇ। ਜਦੋਂ ਮਰਦਾਂ ਵਾਲੀ ਘਾਲ ਕਮਾਈ ਕੀਤੀ ਨਾ, ਮਰਦਾਂ ਵਾਲੀ ਘਾਲ ਹੈ। ਜੋ ਗੁਰੂ ਸਾਹਿਬ ਦੀ ਰਚਨਾ ਤੋਂ ਬਚਨ ਨਿਕਲਿਆ, ਇੱਕ ਵਾਰ ਵੀ ਬਾਬੇ ਲੈਣੇ ਦੇ ਇਤਿਹਾਸ 'ਚ ਤੁਹਾਨੂੰ ਪੜ੍ਹਨ ਨੂੰ ਮਿਲੇਗਾ ਵੀ ਕੋਈ ਹੀਰ, ਕੋਈ ਹੁਜਤ, ਕੋਈ ਸਿਆਣਪ ਕੀਤੀ ਹੋਵੇ। ਇੱਕ ਵਾਰ ਮੌਜ ਦੇ ਮਾਲਕ ਸਤਿਗੁਰੂ ਅੱਧੀ ਰਾਤ ਹੋਈ ਭਾਈ ਬੁੱਢਾ ਸਾਹਿਬ ਨੂੰ ਕਿਹਾ, ਭਾਈ ਬੁੱਢਾ ਜੀ ਜਾ ਕੇ ਬਾਹਰ ਵੇਖੋ ਵੀ ਰਾਤ ਕਿੰਨੀ ਕੁ ਬਤੀਤ ਹੋ ਗਈ ਹੈ। ਬਾਬਾ ਜੀ ਬਾਹਰ ਆਏ, ਵੇਖਿਆ ਤਾਰਿਆਂ ਦੇ ਅੰਦਾਜ਼ੇ ਦੇ ਨਾਲ ਹੈ। ਆ ਕੇ ਬੇਨਤੀ ਕੀਤੀ, ਸਤਿਗੁਰੂ ਅੱਧੀ ਕੁ ਰਾਤ ਬਤੀਤ ਹੋ ਗਈ ਹੈ। ਸਤਿਗੁਰੂ ਕਹਿੰਦੇ ਦੁਬਾਰਾ ਵੇਖ ਕੇ ਆਓ। ਦੁਬਾਰਾ ਵੇਖਣ ਵਾਸਤੇ ਆਏ, ਫਿਰ ਬੇਨਤੀ ਕੀਤੀ, ਮਹਾਰਾਜ ਅੱਧੀ ਕੁ ਰਾਤ ਲੱਗੀ ਹੈ ਤੇ ਅੱਧੀ ਕਰੀਦੀ ਹੈ। ਸਤਿਗੁਰੂ ਕਹਿੰਦੇ ਭਾਈ ਬੁੱਢਾ ਸਾਹਿਬ ਜੀ ਫਿਰ ਵੇਖ ਕੇ ਆਓ। ਫਿਰ ਤੀਸਰੀ ਵਾਰੀ ਵੇਖਣ ਆਏ, ਆ ਕੇ ਬੇਨਤੀ ਕੀਤੀ, ਸਤਿਗੁਰੂ ਅਸੀਂ ਜ਼ਿਮੀਂਦਾਰ ਲੋਕ ਤੜਕੇ ਹਲ ਜੋੜਨੇ ਹੁੰਦੇ ਨੇ, ਤਾਰਿਆਂ ਦੇ ਅੰਦਾਜ਼ੇ ਜੇ ਮੁਤਾਬਕ ਲਾ ਲਈਦਾ ਅੰਦਾਜ਼ਾ ਵੀ ਇੱਥੇ ਕਿ ਜੇ ਅੱਧੀ ਕੁ ਰਾਤ ਹੈ, ਇੱਥੇ ਕਿ ਜੇ ਇੰਨਾ ਕੁ ਸਮਾਂ ਹੈ, ਕਿਉਂਕਿ ਤੜਕੇ ਹਲ ਜੋੜਨੇ ਹੁੰਦੇ ਨੇ, ਕਾਰ ਵਿਹਾਰ ਖੇਤੀ ਦੇ ਕਰਨੇ ਹੁੰਦੇ ਨੇ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤਾਰਿਆਂ ਦੇ ਮੁਤਾਬਕ ਅੱਧੀ ਰਾਤ ਅਜੇ ਹੈ ਤੇ ਅੱਧੀ ਬੀਤ ਗਈ ਹੈ। ਸਤਿਗੁਰੂ ਕਹਿਣ ਕੇ ਬੈਠ ਜਾਓ। ਜਾ ਭਾਈ ਲੈਣਿਆ ਤੂੰ ਵੇਖਿਆ ਰਾਤ ਕਿੰਨੀ ਬਤੀਤ ਹੋ ਗਈ ਹੈ। ਆ ਕੇ ਨਿਗਾਹ ਮਾਰ ਕੇ ਵੇਖਿਆ, ਬੇਨਤੀ ਕੀਤੀ, ਸਤਿਗੁਰੂ ਜੀ ਭਾਈ ਬੁੱਢਾ ਸਾਹਿਬ ਜੀ ਜੋ ਕਹਿ ਰਹੇ ਨੇ ਠੀਕ ਹੈ, ਅੱਧੀ ਰਾਤ ਅਜੇ ਹੈ, ਅੱਧੀ ਰਾਤ ਬਤੀਤ ਹੋ ਗਈ ਹੈ। ਆਖਿਆ ਪੁਰਖਾ ਦੁਬਾਰਾ ਵੇਖ ਕੇ ਆਓ। ਜਦੋਂ ਦੁਬਾਰਾ ਵੇਖ ਕੇ ਆਏ ਨਾ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਓਨੀ ਰਾਤ ਬਤੀਤ ਹੋ ਗਈ ਹੈ ਜਿੰਨੀ ਤੁਸੀਂ ਪਾਣੇ 'ਚ ਕਰਵਾ ਲਈ ਹੈ। ਜਿੰਨੀ ਅਜੇ ਰੱਖੀ ਹੈ ਨਾ ਆਪਣੀ ਮੌਜ ਵਿੱਚ ਰਾਤ, ਓਨੀ ਰਾਤ ਅਜੇ ਰਹਿੰਦੀ ਹੈ। ਇਉਂ ਖਾਲਸਾ ਜੀ ਗੁਰੂ ਕੇ ਬਚਨਾਂ ਤੇ ਪਹਿਰਾ ਦੇਣਾ। ਭਲਾ ਜੀ ਭਾਣਾ ਜੀ ਭੁੱਲ ਗਏ ਜੀ। ਗੁਰੂ ਕੇ ਬਚਨਾਂ ਤੇ ਹਰ ਵੇਲੇ ਕਮਾਈ ਕਰਨੇ। ਜੋ ਸਤਿਗੁਰੂ ਨੇ ਆਗਿਆ ਕੀਤੀ ਹੈ ਉਹਦਾ ਆਗਿਆ ਦਾ ਪਾਲਣ ਕਰਨਾ ਹੈ। ਬਾਰਿਸ਼ ਪੈਣ ਲੱਗ ਪਈ ਬਹੁਤੀ, ਦੀਵਾਰ ਜਿਹੜੀ ਸੀ ਨਾ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਰਾਵੀ ਦੇ ਕਿਨਾਰੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਵਸਾਇਆ ਹੈ,
ਉਹਦੀ ਦੀਵਾਰ ਕੱਚੀ ਸੀ ਤੇ ਡਿੱਗ ਪਏ। ਜਦੋਂ ਕੱਚੀ ਦੀਵਾਰ ਡਿੱਗ ਪਈ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਵੀ ਹੁਕਮ ਕੀਤਾ ਸੀ ਵੀ ਇਹ ਦੀਵਾਰ ਖੜੀ ਕਰੋ। ਕਹਿੰਦੇ ਕਿ ਮਹਾਰਾਜ ਤੋਂ ਝੜੀ ਲੱਗੀ ਹੋਈ ਹੈ, ਮੀਂਹ ਪੈ ਰਿਹਾ ਹੈ, ਬਾਰਿਸ਼ ਹਟ ਜਾਵੇਗੀ ਤਾਂ ਇੱਟਾਂ ਦਾ ਪ੍ਰਬੰਧ ਕਰਾਂਗੇ ਫੇਰ ਹੀ ਇਹ ਦੀਵਾਰ ਖੜੀ ਕੀਤੀ ਜਾ ਸਕਦੀ, ਉਹਨਾਂ ਚਿਰ ਨਹੀਂ। ਬਾਰਿਸ਼ ਮੀਂਹ ਦੇ ਵਿੱਚ ਕਿਵੇਂ ਦੀਵਾਰ ਖੜੀ ਹੋਵੇਗੀ? ਜਦੋਂ ਬਾਬੇ ਲਹਿਣੇ ਨੂੰ ਹੁਕਮ ਹੋਇਆ ਨਾ, ਚਾਟੀ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਕਰੀ ਲੈ ਪੁੜ ਕੇ ਮਿੱਟੀ ਤੋਂ ਦੀਵਾਰ ਵਾਲੀ ਥਾਂ ਤੇ ਰੱਖਣ ਲੱਗ ਪਏ। ਉਸ ਵੇਲੇ ਵੀ ਸਤਿਗੁਰਾਂ ਨੇ ਛਾਤੀ ਨਾਲ ਲਾ ਲਿਆ ਸੀ, ਜੋ ਬਚਨ ਸਤਿਗੁਰੂ ਨੇ ਕਿਹਾ ਇਹ ਗੁਰੂ ਕੇ ਸਿੱਖ ਦਾ ਫਰਜ਼ ਹੈ। ਜੋ ਸਤਿਗੁਰੂ ਕਹਿੰਦੇ ਨੇ ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੇ। ਜੋ ਸਤਿਗੁਰੂ ਬਚਨ ਕਹਿੰਦੇ ਨੇ ਉਹਨੂੰ ਭਲਾ ਕਰਕੇ ਗੁਰੂ ਕਾ ਸਿੱਖ ਮੰਨੇ। ਕਦੇ ਵੀ ਆਪਣੀ ਸਿਆਣਪ ਨਾ ਕਦੇ ਜਿਤਾਵੇ ਵੀ ਮੈਂ ਬੜਾ ਅਕਲਮੰਦ ਹੈ, ਮੇਰੀ ਬੜੀ ਸਿਆਣਪ ਹੈ। ਨਹੀਂ, ਗੁਰੂ ਕੇ ਸਿੱਖਾ ਮਨ ਕੀ ਮੱਤ ਤੇ ਆਗਹੁ ਹਰ ਜਨ, ਇਹਾ ਬਾਤ ਕਠੈਨੇ। ਆਪਣੀ ਸਿਆਣਪ ਛੱਡ ਕੇ ਗੁਰੂ ਕੀ ਮੱਤ ਧਾਰਨ ਕਰੀਏ। ਗੁਰ ਕੀ ਮੱਤ ਤੂੰ ਲੇਹਿ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸੋ ਗੁਰੂ ਕੀ ਮੱਤ ਤੇ ਪਹਿਲਾ ਗੁਰੂ ਕੇ ਸਿੱਖ ਨੇ ਦੇਣਾ ਹੈ। ਜੋ ਸਤਿਗੁਰੂ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜੋ ਬਚਨ ਕਹੇ ਉਹ ਗਰੀਬ ਨਵਾਜ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਬਚਨਾਂ ਦੀ ਕਮਾਈ ਕੀਤੇ। ਅੱਧੀ ਰਾਤ ਆਖਿਆ ਸੀ ਬਸਤਰ ਧੋ ਕੇ ਲੈ ਕੇ ਆਓ, 7 ਬਚਨ ਜੀ। ਜਦੋਂ ਨਦੀ ਦੇ ਘਾਟ ਤੇ ਗਏ, ਦੁਪਹਿਰ ਚੜੀ ਹੋਈ ਵਿਖਾਈ, ਬਸਤਰ ਧੋਤੇ ਸੁਕਾਏ ਲੈ ਕੇ ਆਏ ਤੇ ਫਿਰ ਰਾਤ ਹੈ। ਇਉਂ ਗੁਰੂ ਨਾਨਕ ਸਾਹਿਬ ਨੇ ਬੇਅੰਤ ਕੌਤਕ ਵਿਖਾਉਣੇ ਤੇ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਬਚਨਾਂ ਤੇ ਪਹਿਰਾ ਦੇਣਾ। ਖਾਲਸਾ ਜੀ, ਇਹ ਗੁਰੂ ਅੰਗਦ ਸਾਹਿਬ ਦੇ ਹਿੱਸੇ ਆਇਆ ਹੈ। ਇੱਕ ਵਾਰ ਨਾ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਸੁਭਾਏ ਮਾਨ ਸਨ ਤਖਤ ਤੇ, ਗੁਰਸਿੱਖ ਸੰਗਤਾਂ ਜੁੜੀਆਂ ਹੋਈਆਂ। ਬੇਨਤੀ ਕੀਤੀ ਦਲ ਭੰਜਨ ਗੁਰ ਸੂਰਮੇ ਸਤਿਗੁਰੂ ਗਰੀਬ ਨਵਾਜ ਨੂੰ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਵੀ ਗੁਰੂ ਨਾਨਕ ਦੇ ਘਰ ਵਿੱਚ ਸਿੱਖ ਕੌਣ ਹੈ? ਕਿਹੜਾ ਸਿੱਖ ਹੈ ਜਿਹੜਾ ਅੱਜ ਤੱਕ ਬਹੁਤਾ ਨਿਕਟ ਵਰਤੀ ਸੇਵਾਦਾਰ ਹੋਵੇ? ਸਤਿਗੁਰੂ ਕਹਿਣਗੇ ਭਾਈ ਸਾਰੇ ਸਿੱਖ ਹੋ, ਬੜੇ ਸਾਰੇ ਚੜ੍ਹਦੀ ਕਲਾ ਵਾਲੇ ਸੇਵਾ ਕਰਨ ਵਾਲੇ ਹੋਣ। ਨਹੀਂ, ਸੱਚੇ ਪਾਤਸ਼ਾਹ ਕੋ ਵਿਸ਼ੇਸ਼ ਕਿਸੇ ਗੁਰਸਿੱਖ ਦਾ ਜ਼ਿਕਰ ਕਰੋ। ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਕਹਿਣਗੇ ਪਿਆਰਿਓ, ਜੇ ਵਿਸ਼ੇਸ਼ ਤੌਰ ਤੇ ਕਿਸੇ ਸਿੱਖ ਗੁਰਸਿੱਖ ਬਾਰੇ ਪੁੱਛਦੇ ਹੋ ਨਾ, ਜਿਹੋ ਜਿਹਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਸਿੱਖ ਮਿਲਿਆ ਨਾ, ਉਹਦੇ ਨਾਲ ਦਾ ਸਿੱਖ ਨਹੀਂ ਦੁਨੀਆ 'ਚ ਮਿਲ ਸਕਦਾ ਹੈ। ਜਿੰਨੀ ਘਾਲ ਕਮਾਈ ਬਾਬੇ ਲਹਿਣੇ ਨੇ ਕੀਤੀ ਹੈ ਨਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਕਮਾਈ, ਤੇ ਫਿਰ ਅਲੂਣੀ ਸਿਰ ਚੱਟੀ ਅਲੂਣੀ ਸਿਰ ਹੈ। ਕੋਈ ਮਨ 'ਚ ਖਿਆਲ ਨਹੀਂ ਵੀ ਮੈਨੂੰ ਆਹ ਮਿਲ ਜੇ ਜਾਂ ਉਹ ਮਿਲ ਜੇ। ਰਾਤ ਦਿਨ ਦੀ ਸੇਵਾ 24 ਘੰਟੇ 8 ਪਹਿਰੇ। ਸਤਿਗੁਰੂ ਅਮਰਦਾਸ ਜੀ ਦੇ ਜਿਵੇਂ ਬਚਨ ਨਾ, ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਾਂ ਨਹੀਂ ਆਗੇ ਰਾਖ ਕੈ ਉਹ ਵੀ ਸੇਵ ਕਰੇ। ਜਿਵੇਂ ਖਾਲਸਾ ਜੀ ਐਰਨ ਹੁੰਦੀ ਹੈ ਅਚਲ ਅਡੋਲ, ਬੜੇ ਬੜੇ ਵਿਦਾਨਾਂ ਦੀਆਂ ਸੱਟਾਂ ਸਹਾਰਦੀ ਹੈ ਪਰ ਥੱਲੇ ਡੋਲਦੀ ਨਹੀਂ। ਇਹ ਗੁਰੂ ਕੇ ਸਿੱਖ ਦਾ ਹਿਰਦਾ ਕਦੇ ਡੋਲੇ ਨਾ। ਮਨ ਵੀ ਤੇ ਤਨ ਵੀ ਗੁਰੂ ਕੇ ਚਰਨਾਂ 'ਚ ਅੱਗੇ ਰੱਖ ਕੇ ਤੇ ਉਹ ਵੀ ਸੇਵ ਸਾਫ ਧਾਮੀ ਨਾਲ ਖੜੇ ਹੋ ਕੇ ਸੇਵਾ ਕਰੇ। ਹਰ ਵੇਲੇ ਲੱਕ ਬੰਨ੍ਹ ਕੇ ਸਤਿਗੁਰੂ ਦੇ ਦਰਬਾਰ 'ਚ ਹਰ ਵੇਲੇ ਹਾਜ਼ਰ ਰਵੇ। ਜੋ ਸਤਿਗੁਰੂ ਹੁਕਮ ਕਰਨਾ ਉਹਨੂੰ ਸਤ ਸਤ ਕਰਕੇ ਮੰਨੇ। ਸਤਿਗੁਰੂ ਜੀ ਦੇ ਗਰੀਬ ਨਵਾਜ ਦੇ ਬਚਨ ਨੇ, ਗੁਰੂ ਕੇ ਸਿੱਖਾ ਸੇਵਕ ਸਿੱਖ ਤਾਂ ਸਾਰੇ ਹੀ ਆਉਂਦੇ ਨੇ, ਪੂਜਾ ਸਾਰੇ ਹੀ ਕਰਦੇ ਨੇ, ਮੱਥੇ ਸਾਰੇ ਹੀ ਟੇਕਦੇ ਨੇ, ਪਰ ਸਤਿਗੁਰੂ ਕਹਿੰਦੇ ਗਾਇਆ ਹੋਇਆ ਸੁਣਿਆ ਹੋਇਆ ਸੰਗਤ ਵਿੱਚ ਆਇਆ ਹੋਇਆ ਉਹਨਾਂ ਲੋਕਾਂ ਦਾ ਸਫਲਾ ਹੈ ਜਿਨ੍ਹਾਂ ਗੁਰੂ ਕੀ ਆਗਿਆ ਨੂੰ ਸੱਚੀ ਸੱਚੀ ਕਰਕੇ ਮੰਨ ਲਿਆ ਹੈ ਨਾ, ਕਮਾਈ ਕੀਤੀ ਹੈ, ਉਹਨਾਂ ਦਾ ਆਇਆ ਗਾਇਆ ਸੁਣਿਆ ਸਫਲਾ ਹੈ। ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਉਹਨਾਂ ਦਾ ਗਾਇਆ ਸੁਣਿਆ ਤੇ ਪੜ੍ਹਿਆ ਵਿਚਾਰਿਆ ਬੜਾ ਸਫਲਾ ਹੈ, ਜਿਨ੍ਹਾਂ ਨੇ ਗੁਰੂ ਕੀ ਆਗਿਆ ਸੱਚੀ ਸੱਚੀ ਕਰਕੇ ਮੰਨ ਲਈ ਹੈ ਤੇ ਆਗਿਆ ਸਾਹਮਣੇ ਹੀ ਸਾਹਿਬ ਸੇਵਾ। ਹੁਕਮ ਮੰਨਣ ਦੇ ਬਰਾਬਰ ਖਾਲਸਾ ਜੀ ਹੋਰ ਕੋਈ ਸੇਵਾ ਨਹੀਂ। ਤੇ ਸਤਿਗੁਰੂ ਨੇ ਹੁਕਮ ਕੀਤਾ ਜੇ
जे गुरु के प्यारिया सुख चाहना ना सुख जे लोड़ है सदा सुख भाई साधु संगत गुर है बताए। सो सतगुरु की सेवा करेगा ना सुख सेवा अंदर रखे है। सारे सुख जिहड़े ना गुरु की सेवा विच रखे हुए ने। जे सेवा करेगा ना ऊपरी सेव करे सावधानी नाल गुरु के बचना ते पहरा दे के गुरु अंगद साहब की तरह सेवा करेगा तां ही असी गुरु के सिख हाँ। सतगुरु गुरु हरगोबिंद साहब का महाराज कहन लगे भाई सिख तो सारे ही चंगे हो पर जिहो जिहा सिख गुरु अंगद साहब जी गुरु नानक साहब नूं मिले ने उन्हां नाल दा सिख नहीं मिल सकता है। सच्चे पातशाह सेवक बारे दसो जी कोई सेवक है। सतगुरु कहेंगे सेवक जे पुछना चाहुंदे हो भावें सारे सत्कारयोग सेवक गुरसिख प्यारे हो पर जिहो जिहा सेवक गुरु अंगद साहब नूं गुरु अमरदास जी मिले ने इहो जिहा संसार च सेवक नहीं मिल सकता है। सेवक नहीं लभ सकता। कुड़माचारी का साक है उन्हां समयां च जदों आ 40 वारे पिछां जाइए आपां सारे इंडिया तो ही उदों आए हैं तो जवाई भाई ने आ जाना तो घरदियां दे साह सूते होने बीबियां चताइयां बनाइया होनियां थल्ले विछाओ मंजा विछाओ प्राहुणा आया है। जे किते कुड़मा आ जाए तो होर हनेरा मच जाता से लोगों ने इन्नी आदत भागत करनी पैंदी से। हुण तां बराबर जिहा ही समा हो गया चलो चंगा हो गया पर उदों पिछे जाइए गुरु काल वेले उम्र विच भी गुरु अमरदास जी गुरु अंगद साहब नालों वड्डे ने ते फिर कुड़माचारी का साक है सगा भतीजा विआहिया है गुरु अंगद साहब की सपुत्री बीबी अमरो जी दे नाल है। तो जदों माता बीबी अमरो जी लैके आए ना सतगुरु अमरदास जी नूं सेवा विच ते उस वेले आके जदों दर्शन कीते धन गुरु सतगुरु अंगद साहब जी पलंगे झूठे कुड़म आए ने 5 रुपये ते खेसी अगे कीती सिरों पौ देण लगे ने हथ जोड़ के बेनती की सतगुरु जी मैं इस दर ते कुड़म बन के नहीं आया मैं तो सेवादार बन के आया तो सेवक नूं सेवा का मान बख्शो। आ 5 रुपये किन्ना चिर मेरी जिंदगी समा कर देंगे 2-4 दिन 5 दिन खीरे मुक जाणगे। आ खद्दर का कपड़ा खेसी ये किन्ना चिर मेरा समा पास कर देगी 2-4 साल कट जाएगी। सच्चे पातशाह मैनूं इहदी कोई जरूरत नहीं किरपा करो मैं तुहाडे दर दा सेवक हाँ मैनूं सेवा का मान बख्शो। फिर जिन्नी सेवक बन के सेवा कमाई गुरु अमरदास जी ने नौजवान गभरू भी नहीं इन्नी कोई सेवा कर सकता है। भट्टा ने सोईयां च बचन कहे ने 30 1 और 5 सिद्ध 35 ना खीणा 30 1 30 1 31 ते 5 होर पालिए ते 36 36 ते 35 71 है। 71 साल की उम्र सी जदों खालसा जी गुरु अंगद साहब की सेवा विच आए लक बन के फिर इन्नी सेवा 12 वरे मीह जावे हनेरी जावे इन्नी सेवा ते इन्नी काल कमाए। सतगुरु गुरु हरगोबिंद साहब कहेंगे जे सेवक पुछदे हो गुरु अमरदास वर्गा नहीं मिल सकता है। सो ऐसिया वडियाइयां गुरसिखां नूं कृपा करके बख्शियां। हे सतगुरु गुरु अंगद साहब जी सो तुसी पे कबूल सामनार खसो मालक दे दर ते कबूल हो गए हो जां कहाल मरदी घाले। ਜਦੋਂ ਮਰਦਾਂ ਵਾਲੀ ਘਾਲ ਕਮਾਈ ਕੀਤੀ ਨਾ ਗੁਰੂ ਅੰਗਦ ਸਾਹਿਬ ਤੁਸੀਂ ਤੇ ਤੁਹਾਡੀ ਸੇਵਾ ਮਰਦਾਂ ਤਰ੍ਹਾਂ ਘਾਲ ਕਮਾਈ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ। ਔਰ ਸੇਵਾ ਤੇ ਸਿਮਰਨ 84 ਪਾਠ ਰੋਜ਼ਾਨਾ ਸ੍ਰੀ ਜਪਜੀ ਸਾਹਿਬ ਦੇ ਗੁਰੂ ਅਮਰਦਾਸ ਦਾ ਜੀਵਨ ਕਿਤੇ ਪੜ੍ਹ ਕੇ ਵੇਖੋ ਕਿਤੇ ਸੌਣਾ ਲਿਖਿਆ ਹੀ ਨਹੀਂ ਤੁਹਾਨੂੰ ਮਿਲੇਗਾ। ਸਾਰਾ ਦਿਨ ਲੰਗਰ ਦੀ ਸੇਵਾ ਭਾਂਡੇ ਮਾਂਜਣੇ ਲੰਗਰ ਵਰਤਾਉਣਾ ਸ਼ਾਮ ਪੈ ਜਾਣੀ गुरु का हुक्म सी ताज़ा लंगर सवेर नूं तैयार होवे रात नूं बड़े बड़े देगे भांडे दालां सब्जियां वाले मांज मांज के मूँह मारने। जो संगत ने आराम करने चले जाना पहलों लंगर वरताई जाना नाल नेतनेम करी जाना जपजी साहब के पाठ है। बड़े बड़े भांडे मांज के मूँह मारने ने ते उन्ने चिर फिर इशनान वास्ते जल लियाउण दा समा हो जाना है। फिर खडूर साहब तो चल पैंदे मोढे ते गागर रख लेंदे ने जिथों तक खडूर साहब की जमीन की हद उच्चियां उच्चियां अटारियां नजरी पैंदियां पिछल पैरी जाया करते पिछल पैरे
ਇੱਥੇ ਮੇਰੇ ਸਤਿਗੁਰੂ ਨਿਵਾਸ ਕਰਦੇ ਨੇ, ਕਿਤੇ ਸਤਿਗੁਰੂ ਅੰਗਦ ਸਾਹਿਬ ਵੱਲ ਮੇਰੀ ਪਿੱਠ ਨਾ ਹੋ ਜਾਵੇ। ਤੇ ਸਣੇ ਗਾਗਰ ਆਪ ਬਿਆਸ ਦਰਿਆ ਵਿੱਚ ਵੜ ਜਾਣਾ ਔਰ ਕੱਪੜਿਆਂ ਸਣੇ ਕਰਕੇ ਇਸ਼ਨਾਨ, ਫਿਰ ਗਾਗਰ ਜਲਦੀ ਭਰ ਕੇ ਮੋਢੇ ਤੇ ਰੱਖ ਲੈਣੀ। ਭਾਈ ਗੁਰਦਾਸ ਜੀ ਨੇ 41ਵੀਂ ਵਾਰ ਚ ਲਿਖਿਆ ਹੈ, ਜਲ ਭਰਿਓ ਸਤਿਗੁਰ ਕੈ ਦੁਆਰੈ, ਤਬ ਪਾਇਓ ਮਹਿਲ ਅਪਾਰੈ। ਏਡੀ ਵੱਡੀ ਭਾਰੀ ਸੇਵਾ ਖਾਲਸਾ ਜੀ। ਫਿਰ 1:15 ਦੇ ਤੜਕੇ ਨੂੰ ਸਤਿਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾ ਕੇ, ਫਿਰ ਇਹ ਨਹੀਂ ਹੁਣ ਥੱਕ ਗਏ ਹੁਣ ਆਪ ਘੜੀ ਲੰਮੇ ਪੈ ਲਈਏ, ਫਿਰ ਲੰਗਰ ਦੀ ਸੇਵਾ ਤੇ ਨਿਤਨੇਮ ਵਿੱਚ ਜੁਟ ਜਾਣਾ। ਐਸੀ ਰਾਤ ਦਿਨ ਦੀ ਖਾਲਸਾ ਜੀ ਕਾਲ ਕਮਾਈ ਸਤਿਗੁਰੂ ਅਮਰਦਾਸ ਮਹਾਰਾਜ ਦੀ ਹੈ। ਜਾਂ ਕਾਲ ਮਰਦੀ ਕਾਲੀ, ਮਰਦਾਂ ਵਾਲੀ ਕਾਲ ਕਮਾਈ ਕੀਤੀ ਸਤਿਗੁਰੂ ਜੀ। ਮਾਤਾ ਖੀਵੀ ਸਹੁ ਸੋਏ। ਹੇ ਗੁਰੂ ਅੰਗਦ ਸਾਹਿਬ ਜੀ, ਮਾਤਾ ਖੀਵੀ ਸਹੁ ਸੋਏ। ਮਾਤਾ ਖੀਵੀ ਜੀ ਦੇ 100 ਪਤੀ ਸੋਏ, ਉਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਮਾਤਾ ਖੀਵੀ ਜੀ ਦੇ ਸਿਰ ਦੇ ਸਾਈਂ ਔਰ ਮਾਤਾ ਖੀਵੀ ਜੀ ਐਸੇ ਮਹਾਨ ਤਪਸਵੀ ਸਤਿਕਾਰਯੋਗ ਮਾਤਾ ਜੀ, ਭਗਤੀ ਦਾ ਅਵਤਾਰ ਹੈ। ਸੋ ਐਸੇ ਮਾਤਾ ਖੀਵੀ ਜੀ ਦੇ ਸਿਰ ਦੇ ਸਾਈਂ ਗੁਰੂ ਅੰਗਦ ਸਾਹਿਬ ਜੀ। ਜਿਨ ਗੋਏ ਉਠਾਲੀ। ਜਿਨ੍ਹਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ, ਇਹ ਗੋਏ ਨਾਮ ਹੁੰਦਾ ਪਿੜਥਵੀ ਦਾ, ਤੇ ਗੋਏ ਨਾਮ ਹੁੰਦਾ ਖਿੱਦੋ ਦਾ। ਜਿਹੜੀ ਇਹ ਪਿੜਥਵੀ ਦੇ ਉਧਾਰ ਵਾਸਤੇ ਇਹ ਗੁਰੂ ਨਾਨਕ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ ਨਾ। ਔਰ ਇਉਂ ਗੁਰੂ ਨਾਨਕ ਸਾਹਿਬ ਤੁਸੀਂ ਇਹ ਪਿੜਥਵੀ ਦੇ ਉਧਾਰ ਵਾਸਤੇ ਖਿੱਦੋ ਦੀ ਨਿਆਈ, ਇਹ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਦਾ ਜਿਹੜਾ ਤਖਤ ਹੈ ਨਾ, ਇਹਦੀ ਜ਼ਿੰਮੇਵਾਰੀ ਨੂੰ ਉਠਾਲਣਾ ਕੀਤਾ ਹੈ। ਇਹ ਸਿਰ ਤੇ ਬੋਝ ਚੁੱਕਿਆ ਸਿੱਖਾਂ ਦੀ ਕਲਿਆਣ ਵਾਸਤੇ। ਭਾਵ ਭਗਤੀ, ਸਿਮਰਨ, ਭਜਨ, ਲੰਗਰਾਂ ਦੇ ਭੰਡਾਰੇ ਚੱਲ ਰਹੇ ਨੇ। ਦੂਰ ਦੁਰੇਡੇ ਤੋਂ ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਹਾਜ਼ਰ ਹੁੰਦੀਆਂ ਨੇ। ਸਭ ਦੀ ਕਲਿਆਣ ਕਰਕੇ ਸਭ ਤੇ ਪਰੇ ਉਪਕਾਰ ਕਰਦੇ ਹੋ, ਸਾਰਿਆਂ ਨੂੰ ਸਿੱਖੀ ਦਾ ਦਾਨ ਦਿੰਦੇ ਹੋ। ਜਿਹੋ ਜੇ ਕਿਸੇ ਦੀ ਮਨ ਦੀ ਰੁਚੀ ਹੈ, ਜੋ ਆ ਕੇ ਦਾਤ ਵਡਿਆਈਆਂ ਗੁਰੂ ਕੇ ਸਿੱਖ ਮੰਗਦੇ ਨੇ, ਸਭ ਦੀਆਂ ਝੋਲੀਆਂ ਭਰਦੇ ਹੋ ਗੁਰੂ ਅੰਗਦ ਸਾਹਿਬ। ਐਸੇ ਗਰੀਬ ਨਵਾਜ ਹੋ ਜਿਨ੍ਹਾਂ ਨੇ ਜ਼ਿੰਮੇਵਾਰੀ ਦੀ ਗੋਏ ਪੰਜ ਜਿਹੜੀ ਸੀ ਪਿੜਥਵੀ ਦਾ ਭਾਰ, ਗੁਰਸਿੱਖਾਂ ਦੇ ਸਾਰੇ ਕਾਰਜ ਰਾਸ ਕਰਨ ਦੀ ਜ਼ਿੰਮੇਵਾਰੀ ਸਿਰ ਤੇ ਜਿਨ੍ਹਾਂ ਨੇ ਉਠਾਉਣਾ ਕੀਤੀ, ਚੁੱਕਣਾ ਕੀਤੀ ਹੈ, ਉਹ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ। ਮਾਤਾ ਖੀਵੀ ਜੀ ਦੇ 100 ਸਿਰ ਤੇ ਸਾਈਂ ਪਤੀ ਦੇਵ, ਧੰਨ ਗੁਰੂ ਅੰਗਦ ਸਾਹਿਬ ਗਰੀਬ ਨਵਾਜ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਗੁਰੂ ਕਾ ਇਤਿਹਾਸ, ਗੁਰੂ ਕਾ ਪਵਿੱਤਰ, ਇਹ ਸਾਡੇ ਵਾਸਤੇ ਕੀਤਾ ਹੋਇਆ ਪਰੇ ਉਪਕਾਰ ਸਾਡੇ ਹਿਰਦੇ 'ਚ ਵਸ ਜਾਵੇ, ਜਿਸ ਕਰਕੇ ਸਾਡਾ ਜੀਵਨ ਗੁਰਸਿੱਖਾਂ ਵਾਲਾ ਬਣ ਜਾਵੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੈ। ਐਸੇ ਗੁਰੂ ਕੇ ਪਿਆਰਿਆਂ ਦੀ ਸੰਗਤ ਦਾ ਮੇਲ, ਐਸਾ ਗੁਰਸਿੱਖਾਂ ਦਾ ਮੇਲ ਮਿਲਾਪ ਸਾਨੂੰ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੇ ਖਾਲਸਾ ਜੀ ਕੌਮ ਵਾਸਤੇ, ਧਰਮ ਵਾਸਤੇ, ਮਾਣ ਮਰਿਆਦਾ ਵਾਸਤੇ ਵੱਡੇ ਤੋਂ ਵੱਡੀਆਂ ਕੁਰਬਾਨੀਆਂ ਗੁਰੂ ਸਾਹਿਬਾਨਾਂ ਤੇ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਨੇ ਕੀਤੀਆਂ ਹੋਈਆਂ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਕਾ ਨਾਮ ਸਾਡੇ ਹਿਰਦੇ 'ਚ ਵਸ ਜਾਵੇ, ਸੇਵਾ ਤੇ ਸਿਮਰਨ ਵਾਲੇ ਅਸੀਂ ਵੀ ਬਣ ਜਾਈਏ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ੋਗੇ, ਦਿਲ ਦੀ ਗਹਿਰਾਈ ਵਿੱਚੋਂ ਦੇਹੋ ਸੱਜਣੇ ਅਸੀਸਰੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸਜੇ ਹੋਏ ਦੀਵਾਨਾਂ ਵਿੱਚ ਆਪ ਸੰਤਾਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ